एक ओंकार सतनाम करता पुरख निरभਉ निरवैर अकाल मूरत अजूनी सैभं गुर प्रसाद चक्कर चिहन अर पात नहन जिह रूप रंग आर रेख भेख को कह ना सकत केह अचल मूरत अनभਉ प्रकाश अमित ओज कहिजै कोट इंद्र इंद्राण शाहे शाहान गणिजै तेर भवन महीप सुर नार असुर नेत नेत बण तृण कहत तव सर्ब नाम कथै गवन कर्म नाम बरनत सुमत नानक नाम निरंजन जानियो कीनी भगत प्रेम लिवलाई ताते अंगद अंग संग भयो सायर तिन शब्द सुरत की नीव रखाई गुर अमर दास की अकथ कथा है एक जीव कश कही न जाई सोडी सृष्ट सकल तारण को आब गुर रामदास को मिली बढ़ाई पातशाहो सिर साहा दैसाहो जिस पास बैठिया सोही सबना दा वेसाहो सतनाम श्री वाहेगुरु साहिब जी सलोक महला तीजा दूजै पाए बिलावल ना होवई मन मुख थाए ना पाए पाखंड भगत ना होवई पार ब्रह्म ना पाया जाए दूजै पाए बिलावल ना होवई मन मुख थाए ना पाए पाखंड भगत ना होवई पार ब्रह्म ना पाया जाए मन हठ कर्म कमावने थाए ना कोई पाए नानक गुरमुख आप विचारिए विच हो आप गवाए आपे आप पार ब्रह्म है पार ब्रह्म वसया मन आए जम्मन मरना कटया ज्योति जोत मिलाए महला तीजा बिलावल करे हो तुम प्यारे हो एक स्यों लिवलाए जन्म मरण दुख कटिया
ਸੱਚੇ ਰਹਿ ਸਮਾਏ। ਸਦਾ ਬਿਲਾਵਲ ਆਨੰਦ ਹੈ, ਜੇ ਚੱਲਹਿ ਸਤਿਗੁਰ ਪਾਏ। ਸਤ ਸੰਗਤੀ ਬਹਿ ਭਾਉ ਕਰ, ਸਦਾ ਹਰਿ ਕੇ ਗੁਣ ਗਾਏ। ਨਾਨਕ ਸੇ ਜਨ ਸੋਹਣੇ, ਜੇ ਗੁਰਮੁਖ ਮੇਲ ਮਿਲਾਏ। ਪੌੜੀ ਸਪਨਾ ਜੀਆਂ ਵਿੱਚ ਹਰ ਆਪ, ਸੋ ਭਗਤਾ ਕਾ ਮਿਤ ਹਰ। ਸਭ ਕੋਈ ਹਰ ਕੈ ਵਸ, ਭਗਤਾ ਕੈ ਆਨੰਦ ਘਰ। ਹਰ ਭਗਤਾ ਕਾ ਮੇਲੀ ਸਰਬੱਤ ਸੋ, ਨਿਸੋਲ ਜਨ ਟੰਗ ਧਰ। ਹਰ ਸਭਨਾ ਕਾ ਹੈ ਖਸਮ, ਸੋ ਭਗਤ ਜਨ ਚਿਤ ਕਰ। ਤੁਧ ਆਪੜ ਕੋਈ ਨਾ ਸਕੈ, ਸਭ ਚਖ ਚਖ ਪਵੈ ਝਾੜ। ਹਰ ਸਭਨਾ ਕਾ ਹੈ ਖਸਮ, ਸੋ ਭਗਤ ਜਨ ਚਿਤ ਕਰ। ਤੁਧ ਆਪੜ ਕੋਈ ਨਾ ਸਕੈ, ਸਭ ਚਖ ਚਖ ਪਵੈ ਝਾੜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅਤੇ ਨਿੱਘੀ ਗੋਦ ਵਿੱਚ ਬੈਠ ਕੇ ਸਤਿਗੁਰਾਂ ਦੇ ਪਵਿੱਤਰ ਦਰਬਾਰ ਦਾ ਆਨੰਦ ਮਾਣ ਰਹੇ ਗੁਰੂ ਪਿਆਰੇ ਸਤ ਸੰਗੀ ਜਨੋ, ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ 9ਵੀਂ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਆਪਾਂ ਬੈਠੇ ਹਾਂ। ਸਤਿਗੁਰੂ ਜੀ ਨੇ ਅੱਜ ਜੋ ਆਪਣੇ ਸਿੱਖਾਂ ਨੂੰ ਹੁਕਮ ਬਖਸ਼ਿਆ ਹੈ, ਜੋ ਸ਼ਬਦ ਦੀ ਕਿਰਪਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਉਸ ਦੀ ਵਿਚਾਰ ਆਪ ਜੀ ਨੇ ਸਰਵਣ ਕਰਨੀ ਹੈ। ਅਸੀਸ ਦੇਣਾ ਸਤਿਗੁਰੂ ਜੀ ਆਪ ਮਿਹਰਾਮਤ ਕਰਕੇ, ਤਰਸ ਕਰਕੇ ਆਪਣੀ ਗੁਰਬਾਣੀ ਦੀ ਵਿਚਾਰ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਹੁਕਮ ਦੀ ਵਿਚਾਰ ਆਪ ਕਰਵਾ ਲੈਣ। ਸੋ ਆਓ ਹੁਕਮਨਾਮਾ ਸਾਹਿਬ ਜੀ ਦੀ ਪੰਕਤੀਆਂ ਆਪ ਜੀ ਸਰਵਣ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਦੂਜੈ ਭਾਏ ਬਿਲਾਵਲ ਨਾ ਹੋਵਈ, ਮਨ ਮੁਖ ਥਾਏ ਨਾ ਪਾਏ। ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਹੁਕਮਨਾਮਾ ਆਪ ਜੀ ਨੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕੀਤਾ ਹੈ, ਜਿਨ੍ਹਾਂ ਦੀ ਬਾਬਤ ਆਪਾਂ ਸ਼ਬਦ ਪੜ੍ਹਿਆ ਹੈ ਕਿ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਏ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੇ। ਨਾ ਤੇ ਉਸ ਅਕਾਲ ਪੁਰਖ ਪਰਮਾਤਮਾ ਦੀ ਮਹਿਮਾ ਇਸ ਤੁਛ ਰਚਨਾ ਤੋਂ ਬਿਆਨ ਹੋਇਆ ਕਰਦੀ ਹੈ,
ਤੇ ਨਾ ਬਾਣੀ ਕੇ ਬੋਹਿਤ। ਸਤਿਗੁਰੂ ਸਾਹਿਬਾਨ ਹੈ, ਉਹਨਾਂ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ। ਪਹਿਲਾ ਸਿੱਖ ਦਾ ਨਿਸ਼ਚਾ ਇਹ ਹੋਣਾ ਚਾਹੀਦਾ ਹੈ ਕਿ ਹਰ ਜਨ ਦੋਈ ਏਕ ਹੈ। ਇੱਕ ਭਾਵਨਾ ਕਰਕੇ, ਦਵੈਤ ਭਾਵ ਤੋਂ ਨਿਕਲ ਕੇ, ਪਖੰਡ ਦਾ ਤਿਆਗ ਕਰਕੇ ਹਿਰਦੇ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਨਾਲ ਪ੍ਰੀਤੀ ਜੋੜ ਕੇ ਫਿਰ ਹੀ ਸਤਿਗੁਰਾਂ ਦੀ ਬਾਣੀ ਤੇ ਨਿਸ਼ਚਾ ਆ ਸਕਦਾ ਹੈ। ਜੇ ਸਤਿਗੁਰਾਂ ਦੇ ਉੱਪਰ ਨਿਸ਼ਚਾ ਨਹੀਂ, ਸਤਿਗੁਰਾਂ ਦੀ ਬਾਣੀ ਦੇ ਉੱਪਰ ਨਿਸ਼ਚਾ ਨਹੀਂ, ਤੇ ਫਿਰ ਬੜਾ ਔਖਾ ਹੋ ਜਾਏਗਾ। ਤੇ ਸਤਿਗੁਰਾਂ ਦਾ ਬਚਨ ਹੈ ਕਿ ਭਾਈ ਜੋ ਬਿਲਾਵਲ ਰਾਗ ਹੈ ਇਹ ਬੜੇ ਪ੍ਰੇਮ ਵਾਲਾ ਰਾਗ ਹੈ। ਤੇ ਸਤਿਗੁਰਾਂ ਨੇ ਬਿਲਾਵਲ ਦਾ ਇੱਥੇ ਜੋ ਸ਼ਬਦ ਬਿਆਨ ਕੀਤਾ ਹੈ ਉਹ ਹੈ ਬਿਲਾਵਲ ਤੋਂ ਭਾਵ ਹੈ ਪ੍ਰੇਮ, ਕਿ ਭਾਈ ਦੂਜੇ ਭਾਏ ਬਿਲਾਵਲ ਨਾ ਹੋਵੇ। ਜੇ ਹੋਰਾਂ ਪਾਸੇ ਪ੍ਰੇਮ ਹੋਵੇ, ਮਨ ਦੇ ਵਿੱਚ ਨਿਸ਼ਚਾ ਨਾ ਹੋਵੇ, ਤੇ ਉਹ ਪ੍ਰੇਮ ਸੱਚਾ ਨਹੀਂ ਹੁੰਦਾ। ਤੇ ਸਤਿਗੁਰੂ ਕਹਿੰਦੇ ਨੇ ਕਿ ਮਨਮੁਖ ਥਾਏ ਨਾ ਪਾਏ। ਜਿਨ੍ਹਾਂ ਦਾ ਮਨ ਹੈ ਨਾ ਜਿਹੜਾ, ਉਹ ਆਪਣਾ ਮੁਖ ਜਿਹੜਾ ਉਹ ਮਨ ਵਾਲੇ ਪਾਸੇ ਜੋੜਿਆ ਹੈ। ਜਿਨ੍ਹਾਂ ਦਾ ਮੁਖ ਗੁਰੂ ਵਾਲੇ ਪਾਸੇ ਹੈ ਉਹਨਾਂ ਨੂੰ ਆਪਾਂ ਗੁਰਮੁਖ ਕਹਿੰਦੇ ਆ। ਮਨ ਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਅੱਗੇ ਇੱਕ ਪੰਕਤੀ ਵਿੱਚ ਬਚਨ ਆਉਂਦਾ ਵੀ ਜਿੱਤਰ ਪਹਿਨਣ ਖਾਵਣੇ ਤਿੱਤਨ ਰੱਖਣ ਗੰਧ। ਜਿੰਨਾ ਚਿਰ ਤੱਕ ਮਨਮੁਖ ਦੇ ਨਾਲ ਪ੍ਰੇਮ ਹੈ, ਕੋਈ ਪੈਸਾ ਹੈ, ਟਕਾ ਹੈ, ਉਹਨਾਂ ਚਿਰ ਤੱਕ ਦੇ ਸਤਿਗੁਰ ਕਹਿੰਦੇ ਹੈ ਕਿ ਇਹ ਮਨਮੁਖਾਂ ਦੀ ਸੰਗਤ ਬੜੀ ਅੱਛੀ ਲੱਗਦੀ ਹੈ, ਪਰ ਇਹ ਸਦਾ ਚਿਰ ਵਾਸਤੇ ਨਹੀਂ, ਬਹੁਤ ਘੱਟ ਸੰਖੇਪ ਸਮੇਂ ਲਈ ਤੇ ਇਹ ਦੁਖਦਾਈ ਹੈ। ਤੇ ਮਨਮੁਖ ਬੰਦਿਆਂ ਨੂੰ ਸਤਿਗੁਰ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਪ੍ਰੇਮ ਕੋਈ ਨਹੀਂ, ਤੇ ਉਹ ਜੋ ਪਰਮਾਤਮਾ ਨਾਲੋਂ ਟੁੱਟੇ ਹੋਏ ਨੇ, ਉਹਨਾਂ ਨੂੰ ਗੁਰੂ ਦੇ ਘਰ ਦੇ ਵਿੱਚ, ਪਰਮਾਤਮਾ ਦੇ ਘਰ ਦੇ ਵਿੱਚ ਤੇ ਪਰਮਾਤਮਾ ਦਾ ਉਹਨਾਂ ਦੇ ਹਿਰਦੇ ਦੇ ਵਿੱਚ ਥਾਂ ਕੋਈ ਨਹੀਂ ਹੈ। ਪਾਖੰਡ ਭਗਤ ਨਾ ਹੋਵਈ, ਪਾਰ ਬ੍ਰਹਮ ਨਾ ਪਾਇਆ ਜਾਏ। ਹਾਂ, ਭੇਖ ਕਰਕੇ ਹੁਣ ਜਿਹੜਾ ਮਨਮੁਖ ਹੈ ਤੇ ਦੂਸਰਾ ਹੈ ਗੁਰਮੁਖ। ਹੁਣ ਮਨਮੁਖ ਤੇ ਗੁਰਮੁਖ ਦਾ ਫਰਕ ਕੀ ਹੈ? ਲਿਬਾਸ ਤੇ ਸੰਸਾਰ ਦੇ ਵਿੱਚ ਇੱਕੋ ਜਿਹਾ ਹੋ ਸਕਦਾ ਹੈ ਨਾ। ਤਾਂ ਹੀ ਸਤਿਗੁਰਾਂ ਨੇ ਬਚਨ ਕੀਤਾ ਹੈ ਨਾ ਵੀ ਜੋ ਬਿਨ ਕਰਤੂਤੀ ਕੂੜੀ ਕੂੜੀ ਅੱਖੀਂ ਮੀਟ ਦੇ, ਤਿਨਕਾ ਉਤਰ ਜਾਏਗਾ ਝੂਠ ਗੁਮਾਨ। ਭਾਵ ਕਿ ਜਿਨ੍ਹਾਂ ਦੇ ਪੱਲੇ ਕੋਈ ਪਰਮਾਤਮਾ ਦੀ ਬਖਸ਼ਿਸ਼ ਨਹੀਂ, ਜਿਨ੍ਹਾਂ ਨੇ ਨਿਤ ਦਾ ਨੇਮ ਸਤਿਗੁਰਾਂ ਦੀ ਬਾਣੀ ਨੂੰ ਨਹੀਂ ਪੜ੍ਹਿਆ, ਰੂਟੀਨ ਦੇ ਨਾਲ ਗੁਰੂ ਘਰ ਨਹੀਂ ਆਏ, ਤੇ ਇੱਕ ਭੇਖੀ ਲਿਬਾਸ ਬਣਾ ਕੇ ਲੋਕਾਂ ਦੇ ਉੱਪਰ ਪ੍ਰਚੰਡ ਰਚ ਕੇ ਆਪਣੇ ਆਪ ਨੂੰ ਸਿੱਧ ਕਰਦੇ ਵੀ ਅਸੀਂ ਬਹੁਤ ਵੱਡੇ ਭਗਤ ਹਾਂ। ਇਹ ਸਤਿਗੁਰੂ ਕਹਿੰਦੇ ਨੇ ਕਿ ਪਖੰਡ ਕੀਤਿਆਂ ਭਗਤੀ ਨਹੀਂ ਹੁੰਦੀ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਵਸਦਾ ਹੈ, ਉਹਨਾਂ ਦੀ ਤੇ ਅਵਸਥਾ, ਉਹਨਾਂ ਦੇ ਨੇਤਰ, ਉਹਨਾਂ ਦੀ ਰਸਨਾ ਤੋਂ ਬੋਲਿਆ ਹੋਇਆ ਇੱਕ ਇੱਕ ਬਚਨ ਸਿੱਖ ਸੰਗਤਾਂ ਦੇ ਹਿਰਦਿਆਂ ਤੇ ਵਸਦਾ ਹੈ। ਪਰ ਜੇ ਕੋਈ ਸੋਚੇ ਕਿ ਮੈਂ ਸਿਰਫ ਲਿਬਾਸ ਨੂੰ ਧਾਰਨ ਕਰਕੇ, ਇੱਕ ਭੇਖ ਨੂੰ ਬਣਾ ਕੇ ਉਹ ਪਾਰ ਬ੍ਰਹਮ ਪਰਮੇਸ਼ਰ ਤੱਕ ਪਹੁੰਚ ਜਾਵਾਂ, ਤੇ ਸਤਿਗੁਰ ਕਹਿੰਦੇ ਵੀ ਇਹ ਕਦੇ ਵੀ ਨਹੀਂ ਹੋਵੇਗਾ। ਮਨ ਹੱਠ ਕਰਮ ਕਮਾਵਣੇ, ਥਾਏ ਨਾ ਕੋਈ ਪਾਏ। ਹਾਂ, ਹੱਠ ਕਰਕੇ, ਜੇ ਮਨ ਦੇ ਹੱਠ ਕੀਤਿਆਂ, ਪਰ ਇਹ ਹੱਠ ਹੈ ਮਨਮੁਖਾਂ ਦਾ। ਵੇਖੋ ਗੁਰਮੁਖਾਂ ਦਾ ਵੀ ਹੱਠ ਹੈ ਨਾ। ਜਿਹੜੇ ਗੁਰੂ ਕੇ ਸਿੱਖ ਇੱਥੇ ਰਾਤ ਨੂੰ 2 ਵਜੇ ਆ ਕੇ ਸਤਿਗੁਰਾਂ ਦੇ ਸਥਾਨ ਦੀ ਸੇਵਾ ਕਰਦੇ, ਆ ਗੁਰੂ ਕੇ ਵਜ਼ੀਰ ਸਾਰੀ ਰਾਤ ਬਾਣੀ ਪੜ੍ਹਦੇ, ਇਹ ਵੀ ਇੱਕ ਹੱਠ ਹੈ। ਜਿਹੜੇ ਗੁਰੂ ਕੇ ਸਿੱਖ
ਮਹਾਂਪੁਰਸ਼ ਬਚਨ ਕਰਦੇ ਰਾੜਾ ਸਾਹਿਬ ਵਾਲੇ। ਮਹਾਂਪੁਰਸ਼ਾਂ ਬਚਨ ਕੀਤਾ ਵੀ 1:21 ਤੇ ਦਰਗਾਹ ਦੇ ਦਰਵਾਜ਼ੇ ਖੁੱਲ੍ਹਦੇ। ਇਹ ਅਨੁਭਵੀ ਮਹਾਂਪੁਰਸ਼ਾਂ ਦੇ ਬਚਨ ਹੈ ਸੰਗਤ ਜੀ। ਤੇ ਕਹਿੰਦੇ ਵੀ ਸਾਰੀ ਸੰਗਤ ਉੱਠ ਕਰਕੇ 3 ਵਜੇ ਤੋਂ ਪਹਿਲਾਂ ਇਸ਼ਨਾਨ ਕਰੋ। ਜਿਹੜੇ ਮਹਾਂਪੁਰਸ਼ਾਂ ਦੇ ਸਥਾਨ ਤੇ ਉਹਨਾਂ ਸਮਿਆਂ ਵਿੱਚ ਰਹਿੰਦੇ, ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਸਥਾਨ ਤੇ ਉਹਨਾਂ ਦਾ ਜੀਵਨ ਪੜ੍ਹੀਏ। ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਬੜਾ ਕੁਝ ਪੜ੍ਹਨ ਨੂੰ ਮਿਲਦਾ ਹੈ। ਉੱਥੇ ਇਹ ਬਚਨ ਹੁੰਦਾ ਸੀ ਵੀ ਜਿੰਨੇ ਇਸ਼ਨਾਨ ਕਰਨਾ ਹੈ ਨਾ, ਇੱਥੇ ਜਿੰਨਾ ਰਹਿਣਾ ਗੁਰੂ ਘਰ ਵਿੱਚ, ਉਹ 3 ਵਜੇ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰੋ। ਰਾੜਾ ਸਾਹਿਬ ਦੀ ਜੂਹ ਦੇ ਵਿੱਚ 3 ਵਜੇ ਤੋਂ ਬਾਅਦ ਨਲਕਾ ਨਹੀਂ ਗਿੜੇਗਾ। ਇਸ ਦਾ ਭਾਵ ਅਰਥ ਕੀ ਹੈ ਵੀ 3 ਵਜੇ ਤੋਂ ਬਾਅਦ ਸਾਰੇ ਸਮਾਧਿਸ਼ਟ ਹੋ ਕੇ ਬੈਠ ਜਾਂਦੇ, ਭਗਤੀ ਕਰਦੇ, ਕੋਈ ਨਿਤਨੇਮ ਕਰਦਾ ਹੈ। ਜੇ ਤੁਸੀਂ ਜਲ ਡੋਲੋਗੇ, ਨਲਕਾ ਗੇੜੋਗੇ, ਤੇ ਜਿਨ੍ਹਾਂ ਦੀ ਬਿਰਤੀ ਲੱਗੀ ਹੈ, ਜਿਹੜੇ ਨਾਮ ਜਪਦੇ ਹੈ, ਉਹਨਾਂ ਦੀ ਬਿਰਤੀ ਦੇ ਵਿੱਚ ਖੱਲੜ ਪਵੇਗਾ। ਇਹ ਹਠ ਹੈ, ਗੁਰੂ ਕੇ ਸਿੱਖਾਂ ਨੇ ਹਠ ਕੀਤਾ ਹੈ। ਭਾਈ ਤਾਰੂ ਸਿੰਘ ਨੇ ਸਿੱਖੀ ਹਠ ਕਰਕੇ ਕਮਾਈ ਹੈ। ਭਾਈ ਮਣੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆਉਣ ਵਾਲਾ ਹੈ, ਹਠ ਹੀ ਸੀ ਨਾ, ਬੰਦ ਕਟਵਾਇਆ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਹ ਹਠ ਹੈ। ਪਰ ਜੇ ਕਰਕੇ ਮਹਾਰਾਜ ਕਹਿੰਦੇ ਵੀ ਇਹ ਭੇਖੀਆਂ ਦਾ ਹੱਠ ਜਿਹੜਾ ਹੈ ਉਹ ਥਾਂ ਹੀ ਨਹੀਂ ਪੈਂਦਾ। ਸਿੱਖ ਤੇ ਸਤਿਗੁਰੂ ਦੇ ਨਾਲ ਅੜੀ ਵੀ ਕਰ ਲੈਂਦੇ ਵੀ ਸਤਿਗੁਰੂ ਜੀ ਤੁਸੀਂ ਤੇ ਸਦਾ ਹੀ ਬਖਸ਼ੰਦ ਹੋ, ਤੇ ਤੁਸੀਂ ਸਭਨਾਂ ਨੂੰ ਆਧਾਰ ਦੇਣ ਵਾਲੇ ਹੋ। ਸਤਿਗੁਰੂ ਜੀ ਜੇ ਤੁਸੀਂ ਸਾਨੂੰ ਨਹੀਂ ਬਖਸ਼ੋਗੇ ਤੇ ਕੌਣ ਬਖਸ਼ੇਗਾ। ਆਉਂਦੀਆਂ ਬਹੁਤ ਸਾਰੀਆਂ ਸਾਖੀਆਂ। ਸੋ ਇਸ ਕਰਕੇ ਮਨਮੁਖਾਂ ਦਾ ਜਿਹੜਾ ਹੱਠ ਹੈ ਨਾ, ਉਹ ਲੋਕਾਂ ਨੂੰ ਕੁਝ ਭਰਮਾਉਣ ਦੇ ਵਾਸਤੇ ਹੈ। ਪਰ ਸਿੱਖਾਂ ਦਾ ਜਿਹੜਾ ਹੱਠ ਹੈ ਉਹ ਪ੍ਰੇਮਾ ਭਾਵ ਦਾ ਹੈ, ਉਹ ਬਿਲਾਵਲ ਵਾਲਾ ਹੈ, ਉਹ ਪ੍ਰੇਮਾ ਭਗਤੀ ਦਾ ਹੈ। ਪਰ ਜਿਹੜੇ ਮਨਮੁਖ ਹੈ ਉਹ ਹੱਠ ਕਰਕੇ ਵੀ ਪਰਮਾਤਮਾ ਨੂੰ ਕਦੇ ਪਾ ਨਹੀਂ ਸਕਦੇ। ਨਾਨਕ ਗੁਰਮੁਖ ਆਪ ਵਿਚਾਰੀਐ, ਵਿੱਚ ਹੋ ਆਪ ਗਵਾਏ। ਹਾਂ, ਸਤਿਗੁਰੂ ਕਹਿੰਦੇ ਵੀ ਜਿਹੜੇ ਗੁਰੂ ਕੇ ਸਿੱਖ ਹੈ, ਜਿਨ੍ਹਾਂ ਦਾ ਮੁਖ ਗੁਰੂ ਵਾਲੇ ਪਾਸੇ ਹੈ, ਜਿਹੜੇ ਬਹਿੰਦਿਆਂ, ਉੱਠਦਿਆਂ, ਸੌਂਦਿਆਂ, ਖਾਂਦਿਆਂ, ਪੀਂਦਿਆਂ ਹਰ ਵੇਲੇ ਪਰਮਾਤਮਾ ਨੂੰ ਆਪਣੇ ਚਿੱਤ ਵਿੱਚ ਰੱਖਦੇ। ਪਾਤਸ਼ਾਹ ਕਹਿੰਦੇ ਨੇ ਉਹਨਾਂ ਦੀ ਵਿਚਾਰ ਹੈ। ਜਿਹੜੇ ਆਪਾਂ ਆਪ ਗਵਾ ਲੈਂਦੇ, ਜਿਹੜੇ ਕਹਿੰਦੇ ਕਿ ਮੈਂ ਨਹੀਂ ਕਛ ਹਉ ਨਹੀਂ ਕਛ ਆਹੇ ਨਾ ਮੋਰਾ। ਪਰਮਾਤਮਾ ਜੀ ਨਾ ਤੇ ਅਸੀਂ ਕੁਛ ਹਾਂ ਤੇ ਨਾ ਸਾਡੇ ਵਿੱਚ ਕੋਈ ਸਮਰੱਥਾ ਹੈ। ਜਿਵੇਂ ਭਗਤ ਕਬੀਰ ਜੀ ਦਾ ਇੱਕ ਕਾਰਜ ਸਿੱਧ ਹੋ ਗਿਆ ਤੇ ਸੰਸਾਰ ਦੇ ਲੋਕਾਂ ਆਖਿਆ ਭਗਤ ਕਬੀਰ ਜੀ ਕਿਹੜਾ ਮੰਤਰ ਸਿੱਧ ਕੀਤਾ ਜੇ? ਜਿਹੜੇ ਮੰਤਰ ਦੇ ਜਾਪ ਕਰਨੇ ਹਿਤ ਤੁਮਰੀ ਵਡਿਆਈ 4 ਲੋਕਾਂ ਮੈਂ ਹੋਈ। ਤੇ ਭਗਤ ਕਬੀਰ ਜੀ ਕਹਿੰਦੇ ਮੈਨੂੰ ਤੇ ਪਤਾ ਨਹੀਂ। ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਸ਼ੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਕਬੀਰ ਨਾ ਹਉ ਕੀਆ ਨਾ ਕਰਹਿਗੇ ਤੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਸਾਰਿਆਂ ਦੇ ਵਿੱਚ ਭਗਤ ਕਬੀਰ ਜੀ ਦੀ ਮਹਿਮਾ ਹੋ ਗਈ। ਸਤਿਗੁਰ ਕਹਿੰਦੇ ਨੇ ਵੀ ਜਿਹੜੇ ਵਿਚਾਰ ਕਰਦੇ ਨੇ ਨਾ, ਜਿਹੜਾ ਆਪਾਂ ਆਪ ਗਵਾ ਦਿੰਦੇ ਨੇ, ਜਿਹੜੇ ਕਹਿੰਦੇ ਵੀ ਅਸੀਂ ਤੇ ਕੁਝ ਹੈ ਹੀ ਨਹੀਂ, ਜੋ ਕੁਝ ਹੈ ਇਹ ਜੇ ਗੁਰੂ ਘਰ ਆਉਣ ਦੀ ਸਮਰੱਥਾ ਸਾਨੂੰ ਦਿੱਤੀ ਤੇ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਿੱਤੀ। ਜੇ ਅਸੀਂ ਜਪਜੀ ਸਾਹਿਬ ਦਾ ਇੱਕ ਪਾਠ ਕਰਦੇ ਤੇ ਗੁਰੂ ਨੇ ਸਾਡੇ ਤੇ ਤਰਸ ਕੀਤਾ, ਆਲਸ ਭਰੇ ਰਜਾਈ ਦੇ ਜੁੱਲੇ ਚੋਂ ਸਾਨੂੰ ਕੱਢਿਆ, ਸਾਡੇ ਤੇ ਰਹਿਮਤ ਕਰਕੇ ਸਾਡੇ ਸਿਰ ਦੇ ਵਿੱਚ 5 ਬਾਟੇ ਪਵਾ ਕੇ ਇਸ਼ਨਾਨ ਕਰਵਾਇਆ, ਆਪ ਕਿਰਪਾ ਕੀਤੀ ਤੇ ਸਤਿਗੁਰਾਂ ਨੇ ਸਾਨੂੰ ਉਦਮ ਬਖਸ਼ਿਆ ਤੇ ਅਸੀਂ ਸਤਿਗੁਰਾਂ ਦੇ ਸਥਾਨ ਤੇ ਆ ਕੇ ਸੀਸ ਝੁਕਾਇਆ। ਸਿੱਖ ਦੇ ਅੰਦਰ ਜੇ ਇਹ ਭਾਵਨਾ ਹੈ ਨਾ ਤੇ ਸਤਿਗੁਰ ਕਹਿੰਦੇ ਨੇ ਕਿ ਆਪਣਾ ਆਪ ਗਵਾ ਕੇ ਸਿੱਖ ਜੇਕਰ ਜ਼ਿੰਦਗੀ ਵਿੱਚ ਚੱਲਦਾ ਹੈ, ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ। ਹਾਂ, ਪਾਰ ਬ੍ਰਹਮ ਆਪ ਹੀ ਹੈ, ਉਹ ਆਪ ਹੀ
ਸਭ ਥਾਵਾਂ ਤੇ ਵਸਦਾ ਹੈ। ਸਭਨੀ ਘਟੀ ਸਹੁ ਬਸੈ, ਸੌ ਬਿਨ ਘਟ ਨਾ ਕੋਏ। ਏਕਰ ਮਾਟੀ ਕੁੰਚਰ ਚੀਟੀ, ਭਾਜਨ ਹੈ ਬਹੁ ਨਾਨਾ ਰੇ। ਪਰਮਾਤਮਾ ਕਿੱਥੇ ਨਹੀਂ ਹੈ? ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਕੀੜੀ ਵਿੱਚ ਕੀੜੀ ਤੋਂ ਲੈ ਕਰਕੇ ਹਾਥੀ ਤੱਕ ਸਭੈ ਘਟ ਰਾਮ ਬੋਲੇ, ਰਾਮਾ ਬੋਲੇ। ਰਾਮ ਬਿਨਾ ਕੋ ਬੋਲੇ ਰੇ। ਪਰਮਾਤਮਾ ਤੋਂ ਬਿਨਾ ਕੌਣ ਹੈ? ਇਹ ਸਿੱਖ ਦੀ ਅਵਸਥਾ ਹੈ। ਸਿੱਖ ਅਦਵੈਤ ਤੋਂ ਨਿਕਲ ਕੇ ਇੱਕ ਨਾਲ ਜਦੋਂ ਜੁੜ ਗਿਆ, ਇੱਕ ਪਰਮਾਤਮਾ ਦੀ ਸ਼ਰਨ ਜਦੋਂ ਪੈਂਦਾ ਹੈ, ਤੇ ਕਹਿਣ ਲੱਗੇ ਵੀ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਸਭ ਕੁਝ ਕਰਨ ਕਾਰਨ ਦੇ ਸਮਰੱਥ ਕੇਵਲ ਉਹ ਆਪ ਪਰਮਾਤਮਾ ਜੀ ਹਨ। ਜੰਮਣ ਮਰਨਾ ਕੱਟਿਆ, ਜੋਤੀ ਜੋਤ ਮਿਲਾਏ। ਹਾਂ, ਜਿਹੜੇ ਸਿੱਖ ਸਤਿਗੁਰਾਂ ਦੇ ਲੜ ਲੱਗਦੇ, ਉਹਨਾਂ ਦਾ ਜੰਮਣ ਮਰਨ ਦਾ ਗੇੜ ਵੀ ਕੱਟਿਆ ਜਾਂਦਾ। ਹੁਣ ਆਪਾਂ ਕਹਿੰਦੇ ਕਿ ਮਾਨੁਖ ਦੇ ਪਾਈ ਵਡਭਾਗੀ, ਵੱਡਿਆਂ ਭਾਗਾਂ ਨਾਲ ਪ੍ਰਾਪਤ ਹੋਈ ਹੈ ਦੇ, ਇਸ ਵਿੱਚ ਕੋਈ ਸ਼ੰਕਾ ਨਹੀਂ ਹੈ। ਪਰ ਪਾਤਸ਼ਾਹ ਕਹਿੰਦੇ ਨੇ ਕਿ ਜੰਮਣ ਮਰਨ ਨਾ ਤਿਨ ਕੋ ਜੋ ਹਾਰ ਲੜ ਲਾਗੇ, ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ। ਭਾਵ ਕਿ ਜੰਮਣ ਮਰਨ ਵੀ ਨਾ ਇੱਕ ਦੁੱਖ ਹੈ। ਦੁਨੀਆ ਦੇ ਉੱਤੇ ਜਦੋਂ ਪ੍ਰਾਣੀ ਆਉਂਦਾ ਹੈ, ਤੇ ਗੁਰਬਾਣੀ ਦਾ ਮੋਹਰ ਹੈ ਇਸ ਗੱਲ ਤੇ ਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਪਰਮਾਤਮਾ ਉਸ ਅਗਨੀ ਵਿੱਚ ਤੁਸੀਂ ਰੱਖਿਆ ਕੀਤੇ। ਜੀਵ ਉੱਥੇ ਉਲਟਾ ਲਟਕਦਾ ਹੈ ਤੇ ਪਰਮਾਤਮਾ ਦੇ ਅੱਗੇ ਅਰਦਾਸਾਂ ਕਰਦਾ ਹੈ ਕਿ ਮਹਾਰਾਜ ਇਥੋਂ ਕੱਢ, ਤੇ ਜਾ ਕੇ ਤੇਰਾ ਨਾਮ ਜਪਾਂਗਾ, ਸਿਮਰਨ ਕਰਾਂਗਾ। ਪਰ ਪਾਤਸ਼ਾਹ ਕਹਿੰਦੇ ਨੇ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਲ ਵਰਤਾਇਆ। ਇਹ ਜੰਮਣ ਮਰਨ ਵੀ ਹੈ ਨਾ ਜਿਹੜਾ, ਇਹ ਦੁੱਖ ਹੈ। ਇਸ ਤੋਂ ਵੀ ਸਿੱਖ ਦੀ ਅਵਸਥਾ ਪਰੇ ਹੈ। ਤੇ ਸਤਿਗੁਰੂ ਕਹਿੰਦੇ ਨੇ ਵੀ ਜੇ ਇਸ ਅਵਸਥਾ ਉੱਪਰ ਚਲੇਗਾ ਤੇ ਪਰਮਾਤਮਾ ਦੀ ਜਿਹੜੀ ਜੋਤ ਹੈ ਉਹਦੇ ਵਿੱਚ ਤੂੰ ਇੱਕ ਮਿਕ ਹੋ ਜਾਏਗਾ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਕਿਰਪਾ ਦੇ ਨਾਲ ਉਹ ਸਤਿਗੁਰਾਂ ਦੀ ਬਖਸ਼ੀ ਹੋਈ ਜੋਤ ਦਾ ਅੰਦਰ ਚਾਨਣਾ ਹੋ ਕੇ ਸਿੱਖ ਨੇ ਗੁਰੂ ਵਿੱਚ ਅਭੇਦ ਹੋਣਾ ਹੈ। ਮਹੱਲਾ ਤੀਜਾ। ਬਿਲਾਵਲ ਕਰਹੁ ਤੁਮ ਪਿਆਰੇ ਹੋ, ਏਕਸ ਸਿਉ ਲਿਵ ਲਾਏ। ਸਤਿਗੁਰ ਬਚਨ ਕਰ ਰਹੇ ਨੇ, ਅੱਗੇ ਹੋਰ ਸ਼ਬਦ ਚੱਲਿਆ ਹੈ। ਸਤਿਗੁਰ ਕਹਿੰਦੇ ਕਿ ਪ੍ਰੇਮ ਕਰੋ। ਐ ਸਜਣੋ, ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰੇਮ ਦੀ ਪਰਿਭਾਸ਼ਾ ਹੈ। ਪਰਮਾਤਮਾ ਦੇ ਘਰ ਦੇ ਵਿੱਚ ਵੀ ਪ੍ਰੇਮ ਹੈ। ਪਾਤਸ਼ਾਹ ਕਹਿੰਦੇ ਨੇ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਨਾ, ਉਹ ਪ੍ਰੇਮ ਤੋਂ ਬਿਨਾ ਪਰਮਾਤਮਾ ਰੀਝਦਾ ਨਹੀਂ ਹੈ। ਹੁਣ ਉਹ ਪ੍ਰੇਮ ਭਾਵੇਂ ਤੇ ਉੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪ ਜੀ ਦੀ ਸਾਖੀ ਆਉਂਦੀ ਹੈ ਪ੍ਰੇਮ ਵਾਲੀ, ਵੀ ਸਾਸਾਰਾਮ ਜਦੋਂ ਆਪ ਜੀ ਬਿਹਾਰ ਦੇ ਇਲਾਕੇ ਵਿੱਚ, ਜਿੱਥੇ ਪਟਨਾ ਸਾਹਿਬ ਦੀ ਧਰਤੀ ਹੈ, ਗੁਰੂ ਕੇ ਸਿੱਖ ਉੱਥੇ ਜਾਂਦੇ, ਨਮਸਕਾਰ ਕਰਦੇ ਤੇ ਸੀਸ ਝੁਕਾਉਂਦੇ। ਗੱਲ ਪ੍ਰੇਮ ਦੀ ਆਈ ਤੇ ਸਤਿਗੁਰਾਂ ਬਚਨ ਕੀਤਾ ਕਿ ਬਿਲਾਵਲ ਕਰਹੁ ਤੁਮ ਪਿਆਰਿਓ, ਏਕਸ ਸਿਉ ਲਿਵ ਲਾਏ। ਕਿ ਪਰਮਾਤਮਾ ਦੇ ਨਾਲ ਤੁਸੀਂ ਲਿਵ ਲਾਓ, ਗੁਰੂ ਦੇ ਨਾਲ ਲਿਵ ਲਾਓ, ਤੇ ਜਦੋਂ ਤੁਸੀਂ ਲਿਵ ਲਾ ਕੇ ਕੋਈ ਕਾਰਜ ਕਰੋਗੇ ਤੇ ਉਹ ਕਾਰਜ ਤੁਹਾਡਾ ਸਿੱਧ ਹੋ ਜਾਏਗਾ। ਸਤਿਗੁਰਾਂ ਦਾ ਅਨੰਨ ਪਿਆਰਾ ਸਿੱਖ ਹੈ ਭਾਈ ਫੱਗੂ, ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀਨ ਦੁਨੀਆ ਦੀ ਰੱਖਿਆ ਕਰਨ ਵਾਲੇ, 9 ਨਿਧੀਆਂ 18 ਸਿੱਧੀਆਂ ਦੀ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਭਾਈ ਫੱਗੂ ਨੂੰ ਚਾਚਾ ਫੱਗੂ ਕਹਿ ਕੇ ਸੰਬੋਧਨ ਕਰਦੇ। ਸਤਿਗੁਰੂ ਜੀ ਨੇ ਚਾਚਾ ਕਹਿ ਕੇ ਸੰਬੋਧਨ ਕਰਦੇ, ਤੇ ਉਧਰ ਜਿਹੜਾ ਭਾਈ ਫੱਗੂ ਸੀ ਨਾ, ਉਹਨੇ ਆਪਣੇ ਘਰ ਦਾ ਕਾਰਜ ਆਰੰਭਿਆ ਹੋਇਆ ਹੈ। ਕਾਰਜ ਜਿਸ ਵੇਲੇ ਆਰੰਭਿਆ ਨਾ ਸੰਗਤ ਜੀ, ਤੇ ਦਰਵਾਜ਼ਾ ਬੜਾ ਵੱਡਾ ਰੱਖਿਆ। ਨਾਲਦਿਆਂ ਪੁੱਛਿਆ ਕਿ ਭਾਈ ਜੀ ਇੰਨਾ ਵੱਡਾ ਦਰਵਾਜ਼ਾ ਰੱਖਿਆ? ਕਹਿਣ ਲੱਗੇ ਕਿ ਦੀਨ ਦੁਨੀਆ ਦੇ ਮਾਲਕ ਨੇ ਆਉਣਾ ਹੈ। ਦਰਵਾਜ਼ਾ ਜੇ ਛੋਟਾ ਹੋਇਆ ਤੇ ਸਤਿਗੁਰੂ ਜੀ ਘੋੜੇ ਤੋਂ ਉਤਾਰਾ ਬਾਹਰ ਹੀ ਕਰ ਲੈਣਗੇ। ਤੇ ਮੇਰੀ ਇਹ ਭਾਵਨਾ ਹੈ ਵੀ ਸਤਿਗੁਰੂ ਨਾ ਘੋੜੇ ਤੇ ਸਵਾਰ ਹੋ ਕੇ ਅੰਦਰ ਹੀ ਆ ਜਾਣ।
ਕਹਿਣ ਲੱਗੇ ਕਾਹਨੂੰ ਭੋਲੀਆਂ ਗੱਲਾਂ ਕਰਦੇ ਹੋ, ਕਿੱਥੇ ਸਤਿਗੁਰੂ ਜੀ ਅਸਾਮ ਵਿੱਚ ਨੇ ਤੇ ਕਿੱਥੇ ਤੁਸੀਂ ਇੱਥੇ ਅਰਦਾਸਾਂ ਕਰਦੇ ਹੋ। ਸਤਿਗੁਰੂ ਕਦੇ ਪੰਜਾਬ ਦੀ ਧਰਤੀ ਤੇ ਨੇ, ਕਦੇ ਅਸਾਮ ਦੀ ਧਰਤੀ ਨੇ, ਪ੍ਰਚਾਰਕ ਦੌਰਿਆਂ ਤੇ ਹੈ, ਪਰ ਤੁਸੀਂ ਇੱਥੇ ਅਰਦਾਸ ਕਰਦੇ ਹੋ। ਉਹ ਕਹਿਣ ਲੱਗਾ ਵੀ ਜੇ ਅਰਦਾਸ ਹੈ ਨਾ ਤੇ ਅਰਦਾਸ ਦੇ ਵਿੱਚ ਤਾਕਤ ਬੜੀ ਹੈ, ਪਾਵਰ ਬੜੀ ਹੈ। ਸਭ ਤੋਂ ਵੱਡੀ ਸਿੱਖ ਦੇ ਕੋਲ ਜੇ ਕੋਈ ਚੀਜ਼ ਹੈ ਨਾ ਤੇ ਉਹ ਹੈ ਅਰਦਾਸ। ਅਰਦਾਸ ਜੇ ਧਰਤੀ ਨੇ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਰਹਿਮਤ ਕੀਤੀ। ਹੁਣ ਆਪਾਂ ਕਹਿੰਦੇ ਆ ਵੀ ਜੇ ਕਰਕੇ ਸਤਿਗੁਰੂ ਬੋਲਦੇ ਨਹੀਂ ਤੇ ਫਿਰ ਅਕਾਲ ਪੁਰਖ ਪਰਮਾਤਮਾ ਸੁਣਦਾ ਵੀ ਨਹੀਂ। ਆਪਾਂ ਕਹਿੰਦੇ ਆ ਵੀ ਕੌਣ ਬੋਲਦਾ ਹੈ, ਆਕਾਸ਼ਬਾਣੀ ਕਿਵੇਂ ਹੋ ਜਾਏਗੀ? ਤੇ ਪਰ ਗੁਰਬਾਣੀ ਦਾ ਬਚਨ ਹੈ ਕਿ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ ਤੇ ਸੱਚੇ ਸੁਣਿਆ ਕੰਨ ਦੇ। ਉਹ ਅਕਾਲ ਪੁਰਖ ਨੇ ਕੰਨ ਦੇ ਕੇ ਇਸ ਧਰਤੀ ਦੀ ਪੁਕਾਰ ਸੁਣੀ ਤੇ ਆਪ ਜੀ ਨੇ ਕਿਰਪਾ ਕਰਕੇ ਕਲਯੁਗ ਨੂੰ ਤਾਰਨ ਦੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਦੇ ਵਿੱਚ ਅਵਤਾਰ ਧਾਰਨ ਕੀਤਾ ਹੈ, ਜੋ ਅੱਜ 10 ਪਾਤਸ਼ਾਹੀਆਂ ਦੇ ਸਰੂਪ ਦੇ ਵਿੱਚ ਸਾਨੂੰ ਦਰਸ਼ਨ ਦੇ ਰਹੇ ਹੈ। ਇਹ ਸਤਿਗੁਰਾਂ ਦੇ ਚੋਜ ਹੈ। ਉਹ ਭਾਈ ਫੱਗੂ ਨੇ ਅਰਦਾਸ ਕੀਤੀ। ਇੱਧਰ ਸਤਿਗੁਰ ਚੱਲੇ। ਸਾਖੀ ਬੜੀ ਵਿਸਥਾਰ ਹੈ, ਆਪਾਂ ਟੂਕ ਮਾਤਰ ਬੇਨਤੀ ਕਰੀਏ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਅਰਦਾਸ ਕੀਤੇ ਤੇ ਸਤਿਗੁਰੂ ਜੀ ਸੁਤੇ ਸਿੱਧ ਉਧਰ ਜਾਣ ਦਾ ਪ੍ਰੋਗਰਾਮ ਉਲੀਕ ਦਿੱਤਾ। ਸਤਿਗੁਰੂ ਜੀ ਜਾ ਪਹੁੰਚੇ ਤੇ ਸਾਰੀਆਂ ਸੰਗਤਾਂ ਹੈਰਾਨ ਹੋਈਆਂ ਵੀ ਕੋਈ ਸੰਦੇਸ਼ ਵੀ ਨਹੀਂ ਦਿੱਤਾ, ਕੋਈ ਖੱਤ ਵੀ ਨਹੀਂ ਭੇਜਿਆ ਵੀ ਅਸੀਂ ਆਉਣ ਲੱਗੇ ਹਾਂ। ਸਤਿਗੁਰੂ ਜੀ ਆ ਦਰਸ਼ਨ ਦਿੱਤੇ ਆ। ਤੇ ਆਪਾਂ ਬਚਨ ਪੜ੍ਹਦੇ ਆ ਨਾ ਵੀ ਸੋ ਕਉ ਟਲ ਗੁਰ ਸੇਵੀਐ ਆਹਨਿਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ ਤੇ ਜਨਮ ਮਰਨ ਦੁੱਖ ਜੰਮਣ ਮਰਨ ਦਾ ਦੁੱਖ ਕੱਟਿਆ ਜਾਏਗਾ ਜੇ ਗੁਰੂ ਦਾ ਦਰਸ਼ਨ ਭਾਵਨਾ ਨਾਲ ਕਰਾਂਗੇ। ਤੇ ਜੇ ਬਸ ਮੰਗਣ ਤੱਕ ਹੀ ਸੀਮਤ ਰਹੇ ਵੀ ਇੱਥੋਂ ਆ ਮਿਲ ਜਾਏਗਾ, ਬਾਕੀ ਅਗਲੀ ਗਹਿਰਾਈ ਤੱਕ ਨਾ ਗਏ ਤੇ ਉਹ ਜਿੰਨੀ ਭਾਵਨਾ ਰੱਖਾਂਗੇ ਫਲ ਓਨਾ ਮਿਲਣਾ। ਹੁਣ ਭਾਈ ਫੱਗੂ ਦੀ ਭਾਵਨਾ ਸੀ ਵੀ ਗੁਰੂ ਦਰਸ਼ਨ ਦੇ। ਗੁਰੂ ਤੇਗ ਬਹਾਦਰ ਮਹਾਰਾਜ ਪਹੁੰਚੇ ਤੇ ਸਾਰੀਆਂ ਸੰਗਤਾਂ ਖੁਸ਼ੀ ਦੀ ਕੋਈ ਹੱਦ ਨਾ ਰਹੀ। ਜੇ ਸਿੱਖ ਨੂੰ ਗੁਰੂ ਮਿਲ ਜਾਏ, ਪਿਆਸੇ ਨੂੰ ਪਾਣੀ ਮਿਲ ਜਾਏ, ਪਾਣੀ ਤੋਂ ਬਿਨਾਂ ਤੜਫਦੀ ਹੋਈ ਮਛਲੀ ਨੂੰ ਪਾਣੀ 'ਚ ਸੁੱਟ ਦਈਏ ਤੇ ਉਹਨੂੰ ਪੁੱਛੀਏ ਤੈਨੂੰ ਹੋਰ ਕੀ ਚਾਹੀਦਾ ਹੈ, ਉਹ ਆਖੇਗੀ ਮੈਨੂੰ ਪਾਣੀ ਮਿਲ ਗਿਆ, ਹੋਰ ਮੈਨੂੰ ਚਾਹੀਦਾ ਕੀ ਹੈ। ਨੌਵੇਂ ਪਾਤਸ਼ਾਹ ਦਾ ਬਚਨ ਹੈ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਤੇ ਭਜ ਮਨਾ ਜੇ ਬਿਦ ਜਲ ਕੋ ਮੀਨ। ਜਿਵੇਂ ਮਛਲੀ ਨੇ ਪਾਣੀ ਦੇ ਨਾਲ ਪ੍ਰੇਮ ਕੀਤਾ ਸਿੱਖਾ, ਤੂੰ ਪਰਮਾਤਮਾ ਨੂੰ ਏਦਾਂ ਪੁਕਾਰ ਜਿਵੇਂ ਸਵਾਸ ਤੋਂ ਵਧੇਰੇ ਮਛਲੀ ਪਾਣੀ ਵਾਸਤੇ ਪੁਕਾਰ ਕਰਦੀ ਹੈ। ਤੇਰੀ ਅਰਦਾਸ ਕਬੂਲ ਹੋ ਜਾਏਗੀ। ਸਤਿਗੁਰਾਂ ਦਾ ਦਰਸ਼ਨ ਕੀਤਾ ਹੈ। ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ। ਉਹ ਜਿਹੜੇ ਬੜੇ ਬੜੇ ਸਮੇਂ ਦੇ ਜਿਨ੍ਹਾਂ ਦੇ ਹਿਰਦੇ ਨਾ ਰੁੱਖੇ ਪਏ ਸਨ, ਉਹ ਹਰੇ ਭਰੇ ਹੋ ਗਏ। ਸਤਿਗੁਰਾਂ ਨੇ ਸ਼ਬਦਾਂ ਦੇ ਆਸ਼ੀਰਵਾਦ ਸਿੱਖਾਂ ਨੂੰ ਦਿੱਤੇ। ਰਹਿਮਤ ਭਰਿਆ ਹੱਥ ਸਤਿਗੁਰਾਂ ਨੇ ਸਿੱਖਾਂ ਦੇ ਸਿਰਾਂ ਤੇ ਰੱਖਿਆ। ਤੇ ਇਹ ਜਿਹੜਾ ਭਾਈ ਫੱਗੂ ਸੀ ਨਾ, ਜਿਹਨੂੰ ਸਤਿਗੁਰੂ ਜੀ ਚਾਚਾ ਫੱਗੂ ਕਹਿੰਦੇ ਸਨ, ਸਤਿਗੁਰੂ ਜੀ ਜਾ ਬਰਾਜੇ ਤੇ ਉਸ ਵੇਲੇ ਸਾਧ ਸੰਗਤ ਜੀ ਇਹ ਭਾਈ ਫੱਗੂ ਸੀ ਉਸ ਜਗ੍ਹਾ ਦਾ ਮੁੱਖ ਸੇਵਾਦਾਰ। ਮੁੱਖ ਸੇਵਾਦਾਰ ਹੋਣ ਦੇ ਨਾਤੇ ਇਹਨੇ ਜੋ ਉਗਰਾਈ ਇਕੱਠੀ ਕੀਤੀ ਸੀ, ਕਾਰ ਜਿਹੜੀ ਇਕੱਠੀ ਕੀਤੀ ਸੀ, ਉਹ ਲਿਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਰੱਖ ਦਿੱਤੀ ਕਿ ਸਤਿਗੁਰੂ ਜੀ ਇਹ ਮਹੀਨਾਵਾਰੀ ਸੰਗਤਾਂ ਦੇ ਕੋਲੋਂ ਜੋ ਭੇਟਾ ਮਿਲਦੀ ਹੈ ਗੁਰੂ ਕੇ ਖਜ਼ਾਨਿਆਂ ਵਾਸਤੇ, ਗੁਰੂ ਕੀਆਂ ਸੰਗਤਾਂ ਦੀ ਸੇਵਾ ਵਾਸਤੇ, ਸਤਿਗੁਰੂ ਜੀ ਇਹ ਹਾਜ਼ਰ ਹੈ। ਤੇ ਸਤਿਗੁਰਾਂ ਨਾਲ ਸੇਵਾ ਲੈ ਕੇ ਆਖਿਆ ਚਾਚਾ ਫੱਗੂ ਜੀ ਸਾਰੀ ਸੇਵਾ ਦੇ ਦਿੱਤੀ ਹੈ। ਤੇ ਕਹਿਣ ਲੱਗੇ ਹਾਂਜੀ ਮਹਾਰਾਜ ਇਹੋ ਸਾਰੀ ਸੇਵਾ ਹੈ। ਸਤਿਗੁਰ ਕਹਿੰਦੇ ਇੱਕ ਵਾਰ ਫੇਰ ਵਿਚਾਰ ਕਰੋ ਵੀ ਸਾਰੀ ਸੇਵਾ ਦੇ ਦਿੱਤੀ ਹੈ। ਕਹਿਣ ਲੱਗੇ ਹਾਂਜੀ ਮਹਾਰਾਜ ਸਾਰੀ ਸੇਵਾ ਦੇ ਦਿੱਤੀ ਹੈ। ਸਤਿਗੁਰ ਕਹਿੰਦੇ ਵੀ ਆਓ ਸਾਹਮਣੇ ਜਿਹੜੀ ਬੇਰੀ ਹੈ ਉਹਦੇ ਫਲਾਂ ਦੀ ਸੇਵਾ ਤੇ ਸਾਨੂੰ ਅਜੇ ਤੁਸੀਂ ਦਿੱਤੀ ਨਹੀਂ। ਤੇ ਭਾਈ ਫੱਗੂ ਜੀ ਚਰਨਾਂ ਤੇ ਟਹਿ ਪਏ, ਕਿਉਂਕਿ ਆਪਾਂ ਬਚਨ ਪੜ੍ਹਦੇ ਹਾਂ ਕਿ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਬਚਨ ਪੜ੍ਹਦੇ ਅੰਤਰਜਾਮੀ ਪੁਰਖ ਬਦਾਤੇ, ਗੁਰੂ ਅੰਦਰ ਦੀ ਜਾਣਨ ਵਾਲਾ ਹੈ। ਵਿਣ ਬੋਲਿਆ ਸਭ ਕੁਝ ਜਾਣਦਾ,
ਇੱਥੇ ਇੱਕ ਵਿਚਾਰ ਹੈ, ਜੇ ਸਤਿਗੁਰੂ ਸਾਡੀਆਂ ਚੰਗੀਆਂ ਅਰਦਾਸਾਂ ਜਾਣਦਾ ਹੈ ਨਾ, ਜੇ ਸਭ ਦੇ ਮਨ ਦੀਆਂ ਜਾਣਦਾ ਹੈ, ਤੇ ਆਹ ਕੱਲਾ ਗੁਰੂ ਘਰ ਦੇ ਵਿੱਚ ਮਨ ਤੋਂ ਕੀਤੀ ਹੋਈ ਅਰਦਾਸ ਨਹੀਂ ਗੁਰੂ ਜਾਣਦਾ। ਆ ਬਾਹਰਲੇ ਪਾਸੇ ਜਾ ਕੇ ਜਿਹੜਾ ਆਪਾਂ ਮਾਂ ਮੋਠ ਮਨ ਵਿੱਚ ਰਿੰਨ੍ਹਨੇ ਆ ਨਾ, ਜਿਹੜਾ ਸਾਡੇ ਮਨ ਦੇ ਵਿੱਚ ਦਵੈਤ ਬਿਰਤੀ ਚੱਲਦੀ ਹੈ, ਕ੍ਰੋਧ ਚੱਲਦਾ ਹੈ, ਹੰਕਾਰ ਚੱਲਦਾ ਹੈ, ਲੋਭ ਚੱਲਦਾ ਹੈ, ਕਾਮ ਚੱਲਦਾ ਹੈ, ਇਹ ਸਾਰੀਆਂ ਗੱਲਾਂ ਨੂੰ ਵੀ ਸਤਿਗੁਰੂ ਜਾਣਦਾ ਹੈ। ਸਤਿਗੁਰੂ ਘਟ ਘਟ ਕੇ ਅੰਤਰ ਕੀ ਜਾਣਤ, ਜੇ ਸਿੱਖ ਦੇ ਅੰਦਰ ਦੀਆਂ ਚੰਗੀਆਂ ਭਾਵਨਾ ਗੁਰੂ ਜਾਣਦਾ ਹੈ ਨਾ, ਤੇ ਮਾੜੀਆਂ ਨੂੰ ਵੀ ਜਾਣਦਾ ਹੈ। ਸਾਰੀਆਂ ਭਾਵਨਾ ਗੁਰੂ ਜਾਣਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕੀਤਾ ਵੀ ਲਿਆਓ। ਹੁਣ ਸਿੱਖਾਂ ਆਖਿਆ ਮਹਾਰਾਜ ਇਹ ਕੀ ਕੌਤਕ ਹੈ, ਇਹ ਕਾਹਦਾ ਗਰਾਈ ਹੈ ਮਹਾਰਾਜ। ਤੇ ਸਤਿਗੁਰਾਂ ਬਚਨ ਕਰਕੇ ਕਹਿਣ ਲੱਗੇ, ਭਾਈ ਚਾਚਾ ਫੱਗੂ ਜੀ, ਆ ਜਿਹੜੀ ਸਾਖੀ ਹੈ ਨਾ, ਤੁਸੀਂ ਸੰਗਤਾਂ ਨੂੰ ਆਪ ਦੱਸੋ। ਤੇ ਹੁਣ ਜਿਹੜੇ ਗੁਰੂ ਕੇ ਸਿੱਖ ਆਪਾਂ ਸੇਵਾ ਕਰਨੇ ਆ, ਆਪਾਂ ਇਹ ਤੋਂ ਇੱਕ ਸਿੱਖ ਲੈ ਲਈਏ। ਚਾਚਾ ਫੱਗੂ ਜੀ ਨੇ ਬਚਨ ਸੁਣਾਇਆ, ਕਹਿਣ ਲੱਗੇ ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਘਰ ਘਰ ਜਾ ਕੇ ਕਾਰ ਸੇਵਾ ਕਰਨਾ। ਮਹਾਰਾਜ ਸੰਗਤਾਂ ਦੇ ਘਰੋਂ ਦਸਵੰਧ ਲੈ ਕੇ ਆਉਣ ਦੀ ਸੇਵਾ ਵੱਡੇ ਸਤਿਗੁਰਾਂ ਦੇ ਸਮਿਆਂ ਤੋਂ ਮੇਰੀ ਲੱਗੀ ਹੈ। ਆਪ ਜੀ ਕਿਰਪਾ ਕੀਤੀ ਹੈ ਸਤਿਗੁਰੂ ਜੀ, ਤੇ ਆਪ ਜੀ ਇਹ ਸੇਵਾ ਕਰਾ ਰਹੇ। ਮਹਾਰਾਜ ਇੱਕ ਦਿਨ ਮੈਂ ਸੇਵਾ ਕਰਨ ਗਿਆ, ਤੇ ਜਦੋਂ ਇੱਕ ਘਰ ਦੇ ਵਿੱਚ ਜਾ ਕੇ ਹੌਕਾ ਦਿੱਤਾ, ਸਤਨਾਮ ਵਾਹਿਗੁਰੂ ਦਾ ਆਵਾਜ਼ਾਂ ਦੇ ਕੇ ਮੰਗਿਆ, ਤੇ ਇੱਕ ਮਾਈ ਕਹਿੰਦੀ ਵੀ ਘਰ ਕੋਈ ਨਹੀਂ। ਅਸੀਂ ਦੁਬਾਰਾ ਫਿਰ ਆਵਾਜ਼ਾਂ ਦਿੱਤਾ। ਸਤਿਗੁਰੂ ਜੀ ਉਹ ਮਾਈ, ਉਹਦੀ ਬਿਰਤੀ ਐਸੀ ਵੀ ਉਹਨੇ ਗੁੱਸੇ ਦੇ ਵਿੱਚ ਆ ਕੇ ਬੋਲ ਕਬੋਲ ਬੋਲੇ। ਪਰ ਸਿੱਖ ਦਾ ਹਿਰਦਾ ਇੰਨਾ ਵਿਸ਼ਾਲ ਹੋਣਾ ਚਾਹੀਦਾ ਹੈ, ਜਿਵੇਂ ਗੁਰਾਂ ਦੀ ਮਿੱਠੀ ਬਾਣੀ ਸਾਡੇ ਹਿਰਦੇ 'ਚ ਜਾਂਦੀ ਹੈ। ਪਿਆਰੇ ਸਿੱਖਾਂ ਦੇ ਮਿੱਠੜੇ ਬੋਲ ਸਾਡੇ ਹਿਰਦੇ ਨੂੰ ਬੜੇ ਚੰਗੇ ਲੱਗਦੇ ਐ। ਤੇ ਜੇ ਕਿਸੇ ਮਨਮੁਖ ਨੇ ਕੌੜਾ ਬੋਲ ਬੋਲਤਾ, ਤੇ ਸਿੱਖ ਉਹ ਵੀ ਭਾਵਨਾ ਦੇ ਨਾਲ ਸੁਣ ਲੈ। ਆਪਣੇ ਹਿਰਦੇ ਨੂੰ ਅਡੋਲ ਰੱਖੇ, ਡੋਲੇ ਨਾ। ਪਾਤਸ਼ਾਹ ਕਹਿੰਦੇ ਨੇ ਡਗਮਗ ਛਾੜ ਰੇ ਮਨ ਬੌਰਾ। ਇਹ ਨਹੀਂ ਵੀ ਕਿਸੇ ਨੇ ਇੱਕ ਗਾਲ ਕੱਢੀ ਤੇ ਜਪਜੀ ਸਾਹਿਬ ਦਾ ਪਾਠ ਛੱਡ ਕੇ ਉਹਦੇ ਦਿਵਾਲੇ ਹੋ ਗਏ। ਪਰ ਕਰਮਾਂ ਦੇ ਵਿੱਚ ਝਾੜੂ ਦੀ ਸੇਵਾ ਕਰਨੇ ਆ। ਕੋਈ ਸਿੱਖ ਤੁਰਿਆ ਜਾਂਦਾ ਸੁੱਤੇ ਸਿੱਧ, ਅਚਾਨਕ ਉਹਦਾ ਪੈਰ ਸਾਨੂੰ ਲੱਗ ਗਿਆ, ਪਾਠ ਕਰਨੇ ਆ, ਬਾਣੀ ਪੜ੍ਹੀ ਜਾਂਦੇ ਆ, ਇੱਧਰ ਕੀਰਤਨ ਹੋ ਰਿਹਾ ਤੇ ਕੀਰਤਨ ਛੱਡ ਕੇ ਤੇ ਉਹਦੇ ਨਾਲ ਲੜਨ ਲੱਗ ਪਏ। ਐਸਾ ਨਹੀਂ ਹੈ। ਸਤਿਗੁਰੂ ਕਹਿੰਦੇ ਨੇ ਅਡੋਲ ਰਹਿਣਾ ਹੈ। ਚਾਚਾ ਫੱਗੂ ਜੀ ਕਹਿੰਦੇ ਸਤਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਮੈਂ ਝੋਲੀ ਅੱਡ ਦਿੱਤੀ, ਮਾਤਾ ਜੋ ਵੀ ਹੈਗਾ ਹੀ ਪਾ ਦੇ। ਮਾਤਾ ਨੇ ਆਖਿਆ ਦਿੰਨੀ ਤੈਨੂੰ ਮੈਂ ਘੱਟਾ। ਉਹ ਮਾਤਾ ਨੇ ਘਰ ਦਾ ਝਾੜਿਆ ਹੋਇਆ ਕੂੜਾ ਘੱਟਾ ਇਕੱਠਾ ਕਰਕੇ ਚਾਚੇ ਫੱਗੂ ਦੀ ਝੋਲੀ ਵਿੱਚ ਪਵਾ ਕੇ ਮਾਰਿਆ। ਚਾਚੇ ਫੱਗੂ ਨੇ ਅੱਗੋਂ ਕਬੂਲ ਨਹੀਂ ਬੋਲਿਆ। ਉਹਨੇ ਆਖਿਆ ਮਾਤਾ ਸਤਿਗੁਰੂ ਤੈਨੂੰ ਭਾਗ ਲਾਉਣ, ਤੇਰੀ ਸੇਵਾ ਥਾਏ ਪਵੇ। ਇਹ ਸਿੱਖ ਦਾ ਹਿਰਦਾ ਹੈ। ਉਹਨਾਂ ਨੇ ਆ ਕੇ ਉਹ ਜਿਹੜੀ ਮਿੱਟੀ ਸੀ ਨਾ, ਉਹਨੂੰ ਹੰਗਾਲਿਆ, ਵੇਖਿਆ ਉਹਦੇ ਵਿੱਚੋਂ ਜੂਠੀਆਂ ਗੇਰ ਦੀਆਂ ਬਿਟਕਾਂ ਨਿਕਲੀਆਂ। ਉਹ ਗਿਟਕਾਂ ਨੂੰ ਭਾਈ ਫੱਗੂ ਨੇ ਸਤਿਗੁਰਾਂ ਦੇ ਬਖਸ਼ੇ ਹੋਏ ਉਸ ਸਥਾਨ ਤੇ ਬੀਜ ਦਿੱਤੀਆਂ। ਤੇ ਬਚਨ ਕੀਤੇ, ਆਪਾਂ ਜਿਹੜਾ ਦਸਵੰਧ ਦਿੰਨੇ ਨਾ, ਕੋਈ ਕਣਕ ਚੜਾਉਂਦਾ ਹੈ, ਕੋਈ ਦਾਲ, ਕੋਈ ਚੌਲ, ਕੋਈ ਮਾਇਆ, ਕੋਈ ਦਸਵੰਧ। ਸਾਡੇ ਘਰ ਵਿੱਚ ਤੇ ਰੋਜ਼ ਲੰਗਰ ਦੀ ਅਰਦਾਸ ਨਹੀਂ ਹੁੰਦੀ, ਪਰ ਜਦੋਂ ਵੀ ਇੱਥੇ ਗੁਰੂ ਘਰ ਲੰਗਰ ਤਿਆਰ ਹੁੰਦਾ ਹੈ, ਦੇਗ ਤਿਆਰ ਹੁੰਦੀ ਹੈ, ਮਾਇਆ ਦਾ ਦਸਵੰਧ ਪਿਆ ਹੁੰਦਾ ਹੈ, ਤੇ ਗੁਰੂ ਕੇ ਵਜ਼ੀਰ ਬੈਠੇ ਹੈ, ਭਾਈ ਸਾਹਿਬ ਅਰਦਾਸ ਕਰਦੇ ਮਹਾਰਾਜ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਆਈ ਸੇ ਖਜ਼ਾਨੇ ਭਰਪੂਰ ਕਰਨੇ, ਜਿਨ੍ਹਾਂ ਖਜ਼ਾਨਿਆਂ ਵਿੱਚੋਂ ਲੰਗਰ ਪ੍ਰਸ਼ਾਦਾ ਆਇਆ ਸੇ ਲੰਗਰ ਪ੍ਰਸ਼ਾਦੇ ਸੱਜ ਕੇ ਤਿਆਰ ਨੇ। ਸਤਿਗੁਰੂ ਜੀ ਜਿਨ੍ਹਾਂ ਦੇ ਖਜ਼ਾਨਿਆਂ ਵਿੱਚੋਂ ਆਈਆਂ ਉਹਨਾਂ ਦੇ ਲੋ ਲੰਗਰ ਤਪੇ, ਸਾਧ ਸੰਗਤ ਛਕੇ, ਛਕਦਿਆਂ ਛਕਾਉਂਦਿਆਂ ਆਪ ਜੀ ਦਾ ਨਾਮ ਚਿੱਤੇ ਆਵੇ। ਸਤਿਗੁਰੂ ਦੇ ਘਰ ਦੇ ਵਿੱਚ ਸਿੱਖ ਦੇ ਦਸਵੰਧ ਦਿੰਦਾ ਤਾਂ ਸੰਗਤ ਜੀ ਬਰਕਤ ਪੈਂਦੀ ਹੈ। ਰੋਜ਼ ਅਰਦਾਸ ਹੁੰਦੀ ਹੈ। ਇਸ ਕਰਕੇ ਵੱਡੇ ਵੱਡੇ ਲੰਗਰ ਕਰੋਨਾ ਕਾਲ ਦੇ ਵਿੱਚ ਵੀ ਤੁਸੀਂ ਦੇਖੇ ਵੀ ਚੱਲੇ, ਪਰ ਕਦੇ ਕਿਸੇ ਸਿੱਖ ਦੇ ਮੂੰਹੋਂ ਨਹੀਂ ਸੁਣਿਆ ਹੋਏਗਾ ਵੀ ਮੈਂ ਦਸਵੰਧ ਦਿੱਤਾ ਤੇ ਮੈਨੂੰ ਘਾਟਾ ਪਿਆ ਹੈ। ਸਤਿਗੁਰ ਕਹਿੰਦੇ ਨੇ ਖਾਵੋ ਖਰਚੋ ਰਲ ਮਿਲ ਭਾਈ ਤੇ ਤੋਟ ਨਾ ਆਵੇ, ਵਾਧਾ ਹੀ ਜਾਂਦਾ ਨਾ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਾਰ, ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਭੰਡਾਰੇ ਸਤਿਗੁਰੂ ਭਰਦਾ ਹੈ। ਉਹ ਚਾਚੇ ਫੱਗੂ ਨੇ ਸਾਖੀ ਸੁਣਾਈ ਕਿ ਸਤਿਗੁਰੂ ਜੀ ਉਹ ਜਿਹੜੇ ਉਸ ਮਾਈ ਨੇ ਗੁੱਸੇ ਵਿੱਚ ਦਿੱਤਾ ਹੋਇਆ ਕੱਟਾ ਸੀ, ਉਹ ਚੋਂ ਕੱਢ ਕੇ ਬੀਜੀਆਂ ਗਿਟਕਾਂ ਦੇ ਇਹ ਬੇਰ
ਅੱਜ ਇਹ ਬੇਰੀ ਹਰੀ ਭਰੀ ਹੈ ਤੇ ਸੰਗਤਾਂ ਇਹਦੇ ਬੇਰ ਛਕਦੀਆਂ ਨੇ, ਨਾਲੇ ਉਸ ਪਰਿਵਾਰ ਦਾ ਭਲਾ ਮੰਗਦੀਆਂ ਨੇ ਜਿੱਤੋਂ ਇਹ ਗਿਟਕਾਂ ਆ ਕੇ ਇੱਥੇ ਲੱਗੀਆਂ ਹੈ। ਇਸ ਕਰਕੇ ਸਾਧ ਸੰਗਤ ਜੀ ਭਾਈ ਫੱਗੂ ਦੀ ਵੀ ਅਰਦਾਸ ਪੂਰੀ ਹੋਈ ਤੇ ਜਿਨ੍ਹਾਂ ਨੇ ਸਤਿਗੁਰਾਂ ਦੇ ਦਰ ਦੇ ਉੱਤੇ ਭਾਵੇਂ ਹੱਠ ਕਰਕੇ ਗੁੱਸਾ ਕਰਕੇ ਵੀ ਕੋਈ ਚੀਜ਼ ਦਾਨ ਕੀਤੀ ਨਾ, ਸਾਧ ਸੰਗਤ ਜੀ ਇੱਕ ਤਿਲ ਵੀ ਕੀਤਾ ਹੋਇਆ ਦਾਨ ਗੁਰੂ ਦੇ ਘਰ ਦੇ ਵਿੱਚ ਅਜਾਈ ਨਹੀਂ ਜਾਂਦਾ। ਇੱਕ ਤਿਲ ਭਾਵਨੀ ਭਗਤ ਭਾਏ ਕੌੜੀ ਅਗਰ ਭਾਗ ਰਾਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਇੱਕ ਕੌਡੀ ਵੀ ਜੇ ਟੁੱਟੀ ਗੁਰੂ ਘਰ ਦੇ ਵਿੱਚ ਭਾਵਨਾ ਨਾਲ ਦੇ ਦਈਏ ਤੇ ਸਤਿਗੁਰੂ ਆਪਣੇ ਸਿੱਖ ਨੂੰ ਨਿਵਾਜ ਕੇ ਰਹਿਮਤ ਕਰਦੇ, ਕਿਰਪਾ ਕਰਦੇ ਹੈ। ਸਤਿਗੁਰਾਂ ਦਾ ਬਚਨ ਹੈ ਕਿ ਬਿਲਾਵਲ ਕਰੋ ਤੁਮ ਪਿਆਰਿਓ ਏਕਸ ਸਿਉ ਲਿਵ ਲਾਏ, ਪ੍ਰੇਮ ਕਰੋ ਉਸ ਪਰਮਾਤਮਾ ਦੇ ਨਾਲ ਇੱਕ ਲਿਵ ਲਾ ਕਰਕੇ। ਜਨਮ ਮਰਨ ਦੁੱਖ ਕੱਟੀਐ ਸੱਚੇ ਰਹਿ ਸਮਾਏ। ਜਿਹੜਾ ਮਨੁੱਖ ਇੱਕ ਪਰਮਾਤਮਾ ਵਿੱਚ ਸੁਰਤ ਜੋੜਦਾ ਹੈ ਉਹਦਾ ਸਾਰੀ ਉਮਰ ਦਾ ਦੁੱਖ ਕੱਟਿਆ ਜਾਂਦਾ ਹੈ। ਉਹ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੇ ਵਿੱਚ ਲੀਨ ਰਹਿੰਦਾ ਹੈ। ਜਿਵੇਂ ਪਾਤਸ਼ਾਹ ਦਾ ਬਚਨ ਹੈ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਕਿਉਂਕਿ ਜਿਵੇਂ ਚੰਦਨ ਹੈ ਨਾ, ਤੇ ਚੰਦਨ ਦਾ ਇੱਕ ਟੁਕੜਾ ਹੋਏ ਉਹਦੀ ਪਛਾਣ ਕੀ ਹੈ? ਚੰਦਨ ਦੀ ਪਛਾਣ ਇਹ ਹੈ ਵੀ ਜਿਵੇਂ ਚੰਦਨ ਦੇ ਵੱਡੇ ਰੁੱਖ ਚੋਂ ਸੁਗੰਧੀ ਆਉਂਦੀ ਹੈ ਤੇ ਚੰਦਨ ਦੇ ਟੁਕੜੇ ਚੋਂ ਵੀ ਸੁਗੰਧੀ ਆਉਂਦੀ ਹੈ। ਤੇ ਸਤਿਗੁਰੂ ਦੀ ਪਛਾਣ ਹੈ ਵੀ ਸਤਿਗੁਰੂ ਸਮਰੱਥ ਹੈ, ਪੂਰਾ ਹੈ, ਪਰ ਉਹ ਉਪਕਾਰੀ ਹੈ, ਦਿਆਲੂ ਹੈ, ਕਿਰਪਾਲੂ ਹੈ, ਸਦਾ ਬਖਸ਼ਿੰਦ ਹੈ, ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਉੱਚੋਂ ਨੀਚ ਕਰਨ ਵਾਲਾ ਹੈ। ਬੇਅੰਤ ਗੁਣ ਨੇ ਪਰਮਾਤਮਾ ਦੇ। ਤੇ ਸਿੱਖ ਦੀ ਪਛਾਣ ਕੀ ਹੈ? ਜਿਵੇਂ ਚੰਦਨ ਦੇ ਵਿੱਚੋਂ ਵੱਡੇ ਚੋਂ ਸੁਗੰਧੀ ਆਉਂਦੀ ਤੇ ਛੋਟੀ ਟੁਕੜੀ ਚੋਂ ਵੀ ਸੁਗੰਧੀ ਆਉਂਦੀ। ਸਤਿਗੁਰੂ ਅਕਾਲ ਪੁਰਖ ਅਗੰਮ ਹੈ ਤੇ ਸਿੱਖ ਉਹਦਾ ਕਿਣਕਾ ਹੈ। ਜੇ ਗੁਰੂ ਦੀ ਬਾਣੀ ਦੇ ਵਿੱਚੋਂ ਸੁਗੰਧੀ ਆਉਂਦੀ, ਸਤਿਗੁਰਾਂ ਦੇ ਜੀਵਨ ਦੇ ਝਲਕਾਰੇ ਪੈ ਕੇ ਸਿੱਖ ਸੀਸ ਝੁਕਾਉਂਦੇ, ਤੇ ਸਿੱਖ ਦਾ ਜੀਵਨ ਐਸਾ ਹੋਣਾ ਚਾਹੀਦਾ ਵੀ ਸਿੱਖ ਦੇ ਜੀਵਨ ਦੇ ਵਿੱਚੋਂ ਸਤਿਗੁਰਾਂ ਦੀ ਬਾਣੀ ਦੀ ਸੁਗੰਧੀ ਆਉਣੀ ਚਾਹੀਦੀ ਹੈ। ਮਹਾਂਪੁਰਸ਼ਾਂ ਬਚਨ ਕੀਤਾ ਰਾੜੇ ਵਾਲਿਆਂ, ਕਹਿਣ ਲੱਗੇ ਸੰਗਤ ਜੀ ਪ੍ਰਚਾਰ ਕੀ ਹੈ? ਕਹਿਣ ਲੱਗੇ ਸਿੱਖ ਦਾ ਜੀਵਨ ਐਸਾ ਹੋਣਾ ਚਾਹੀਦਾ ਹੈ ਵੀ ਸਿੱਖ ਜਿੱਥੇ ਜਾ ਕੇ ਖੜੇ ਸੇ ਲੋਕੀ ਉਸ ਸਿੱਖ ਦਾ ਜੀਵਨ ਦੇਖ ਕੇ ਸਿੱਖ ਬਣ ਜਾਣ। ਪ੍ਰਚਾਰ ਗੱਲੀ ਜੋਗ ਨਾ ਹੋਈ, ਗੱਲਾਂ ਦੇ ਨਾਲ ਪ੍ਰਚਾਰ ਨਹੀਂ ਹੈ, ਪਰ ਜੀਵਨ ਇੱਕ ਐਸੀ ਚੀਜ਼ ਹੈ। ਮਹਾਂਪੁਰਸ਼ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਸਿੱਖ ਕੌਮ ਦੀ ਮਾਇਨਾਜ ਹਸਤੀ ਹੈ। ਲੱਖਾਂ ਦਾ ਇਕੱਠ ਹੋਇਆ, ਮੇਰੇ ਵਰਗੇ ਹਜ਼ਾਰਾਂ ਪ੍ਰਚਾਰਕ ਉੱਥੇ ਪਹੁੰਚੇ। ਉਹਨਾਂ ਆਖਿਆ ਸੰਗਤ ਜੀ ਉਠੋ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਕਲਗੀਧਰ ਦੇ ਧੀਆਂ ਬਣੋ, ਪੁੱਤਰ ਬਣੋ, ਖੰਡੇ ਬਾਟੇ ਦੀ ਪੌਲ ਲੈ ਲਓ। ਥੋੜੇ ਜਿਹੇ ਉੱਠ ਕੇ ਤਿਆਰ ਹੋਏ, ਬਹੁਤੇ ਨਾ ਹੋਏ। ਮਹਾਂਪੁਰਸ਼ ਉੱਠੇ, ਉੱਠ ਕੇ ਬਚਨ ਕੀਤਾ, 2 ਮਿੰਟ ਪਰਮਾਤਮਾ ਦਾ ਭਜਨ ਕਰਾਇਆ, ਵਾਹਿਗੁਰੂ ਦਾ ਭਜਨ ਕਰਾ ਕੇ ਆਖਿਆ ਸੰਗਤ ਜੀ ਉਠੋ ਆਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਖੁਸ਼ੀਆਂ ਲਈਏ। ਸਾਰੀ ਸੰਗਤ ਜਿੰਨੇ ਵੀ ਵਿੱਚ ਨੇਗੁਰੇ ਬੈਠੇ ਸਨ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਨਹੀਂ ਸੀ ਲਈ, ਉੱਠ ਕੇ ਅੰਮ੍ਰਿਤ ਛਕਣ ਨੂੰ ਤਿਆਰ ਹੋ ਗਏ। ਇਹ ਹੈ ਕਮਾਈ। ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਬੋਲਦਾ ਹੈ, ਪਰਮਾਤਮਾ ਦੀ ਬੰਦਗੀ ਬੋਲਦੀ ਹੈ। ਉਹਨਾਂ ਦੀ ਹਿਲਾਈ ਹੋਈ ਰਸਨਾ ਦੇ ਨਾਲ ਸੁਤੇ ਸਿੱਧ ਸੰਸਾਰ ਦੇ ਕੰਮ ਹੁੰਦੇ ਹੈ। ਤੇ ਸਤਿਗੁਰੂ ਜੀ ਬਚਨ ਕਰ ਰਹੇ ਹਨ, ਸਦਾ ਬਿਲਾਵਲ ਆਨੰਦ ਹੈ ਜੇ ਚੱਲਹਿ ਸਤਿਗੁਰ ਭਾਏ। ਹਾਂ, ਜੇ ਗੁਰੂ ਦੇ ਭਾਏ ਭਾਵ ਕੀ ਭੈ ਦੇ ਵਿੱਚ ਰਹੀਏ ਤੇ ਸਦਾ ਹੀ ਆਨੰਦ ਹੈ। ਨਾ ਉਹਨੂੰ ਦੁੱਖ ਹੈ ਨਾ ਸੁੱਖ ਹੈ, ਉਹ ਹਰ ਇੱਕ ਸੋਗ ਤੋਂ ਪਰੇ ਹੈ। ਕੱਲ ਹੁਕਮਨਾਮਾ ਸਾਹਿਬ ਆਇਆ ਸੀ ਨਾ ਵੀ ਜੇ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਜਿਹੜਾ ਸਿੱਖ ਦੁੱਖ ਸੁੱਖ ਤੋਂ ਪਰੇ ਹੈ ਉਹ ਸਤਿਗੁਰੂ ਕਹਿੰਦੇ ਨੇ ਵੀ ਜੇ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਤੇ ਉਹਦੇ ਤੇ ਰਹਿਮਤ ਹੋਏਗੀ, ਉਹਦੇ ਤੇ ਕਿਰਪਾ ਹੈ। ਇੱਕ ਜਪਜੀ ਸਾਹਿਬ ਦੀ ਪੰਕਤੀ ਹੈ, ਉਸ ਦੀ ਵਿਚਾਰ ਬੜੀ ਡੂੰਘੀ ਹੈ। ਸਤਿਗੁਰਾਂ ਦਾ ਬਚਨ ਹੈ ਵੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੇ ਗੁਰੂ ਦੇ ਹੁਕਮ ਦੇ ਵਿੱਚ ਸਿੱਖ ਰਵੇਗਾ ਨਾ ਤਾਂ ਹੀ ਗੁਰੂ ਦੀ ਰਜਾ ਵਿੱਚ ਰਿਹਾ ਜਾਏਗਾ। ਹੁਣ ਆਪਾਂ ਆਖੀਏ ਵੀ ਹੁਕਮ
ਤੇ ਗੁਰਾਂ ਦਾ ਮੰਨੀਏ ਕੋਈ ਨਾ ਤੇ ਭਾਣਾ ਕਿਵੇਂ ਮੰਨਿਆ ਜਾਏ। ਜ਼ਿੰਦਗੀ ਵਿੱਚ ਸੁੱਖ ਵੀ ਆਉਂਦਾ ਹੈ, ਦੁੱਖ ਵੀ ਆਉਂਦਾ ਹੈ, ਜ਼ਿੰਦਗੀ ਵਿੱਚ ਬਹੁਤ ਸਾਰਾ ਸੰਸਾਰ ਦੇ ਵਿੱਚ ਪ੍ਰਸਿੱਧੀ ਵੀ ਮਿਲ ਜਾਂਦੀ ਹੈ ਤੇ ਕਈ ਵਾਰ ਨੀਵਿਆਂ ਵੀ ਵੇਖਣਾ ਪੈਂਦਾ ਹੈ। ਪਰ ਜੇ ਅਸੀਂ ਗੁਰੂ ਦਾ ਹੁਕਮ ਮੰਨਿਆ ਹੈ ਤੇ ਫਿਰ ਆਪਾਂ ਬਚਨ ਪੜਾਂਗੇ, ਤੇਰਾ ਕੀਆ ਮਿੱਠਾ ਲਾਗਿਆ। ਤੇ ਜੇ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਿਆ, ਨਿਤਨੇਮ ਨਹੀਂ ਕੀਤਾ, ਅੰਮ੍ਰਿਤ ਨਹੀਂ ਛਕਿਆ, ਗੁਰੂ ਦੇ ਦਰ ਤੇ ਰੋਜ਼ ਨਹੀਂ ਆਉਂਦੇ, ਬਾਣੀ ਨਹੀਂ ਸੁਣਦੇ, ਕਥਾ ਨਹੀਂ ਸੁਣਦੇ, ਤੇ ਫਿਰ ਆਪਾਂ ਕਵਾਂਗੇ ਕਿ ਰੱਬ ਤੇ ਸਾਡਾ ਵੈਰੀ ਹੋ ਗਿਆ। ਬਹੁਤ ਅਪਸ਼ਬਦ ਜਦੋਂ ਕੋਈ ਸੁੱਤੇ ਸਿੱਧ ਪਰਿਵਾਰ ਵਿੱਚ ਘਟਨਾ ਵਾਪਰ ਜਾਂਦੀ ਨਾ ਸੰਗਤ ਜੀ, ਗੱਲਾਂ ਕਰ ਲੈਣੀਆਂ ਬੜੀਆਂ ਸੌਖੀਆਂ, ਪਰ ਉਦੋਂ ਵੱਡੇ ਵੱਡੇ ਜਿਹੜੇ ਜੋਗੀ ਵੱਡੇ ਵੱਡੇ ਕਹਿੰਦੇ ਕਹਾਉਂਦੇ ਜਿਹੜੇ ਉਹ ਡੋਲ ਜਾਂਦੇ, ਕਹਿੰਦੇ ਕਿ ਰੱਬ ਦਾ ਕਹਿਰ ਹੋ ਗਿਆ, ਕਿਤੇ ਕੋਈ ਕਰੋਪੀ ਹੋ ਜਾਏ, ਕਿਤੇ ਕੋਈ ਬਾੜ ਆ ਜਾਏ। ਉਹ ਕਰਮਾਂ ਦੀ ਖੇਡ ਹੈ, ਕਰਮਾਂ ਤੋਂ ਬਿਨਾਂ ਕੁਝ ਨਹੀਂ ਹੁੰਦਾ। ਪਾਤਸ਼ਾਹ ਕਹਿੰਦੇ ਨੇ ਕਿ ਬਿਨ ਕਰਮਾਂ ਕਿਛ ਪਾਈਐ ਨਹੀਂ, ਬਿਨਾਂ ਕਰਮਾਂ ਤੋਂ ਤੇ ਕੁਝ ਪਾਵਾਂਗੇ ਨਹੀਂ। ਫਿਰ ਪਾਤਸ਼ਾਹ ਕਹਿੰਦੇ ਨੇ ਕਿ ਸਿੱਖਾ ਓਏ ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਆਵਰਤ। ਹੁਣ ਕਿਤੇ ਬਾੜ ਆ ਗਈ ਤੇ ਕੁਝ ਲੋਕਾਂ ਨੇ ਦੇਖਿਆ ਵੀ ਬਾੜ ਆਈ, ਬੜਾ ਨੁਕਸਾਨ ਹੋਇਆ ਜੀ। ਤੇ ਪਰ ਜਿਹੜੇ ਅਣਜਾਣ ਨੇ, ਜਿਹੜੇ ਭੁੱਲੇ ਸਿੱਖ ਨੇ, ਵੇਖੋ ਹੈ ਸਿੱਖ ਹੀ ਨੇ, ਆਪਾਂ ਉਹਨਾਂ ਨੂੰ ਮਨਮੁਖ, ਨਿੰਦਕ, ਨਿਉਗਰੇ, ਭੈੜੇ ਕਹਿ ਕੇ ਇਦਾਂ ਦੇ ਬਚਨ ਨਹੀਂ ਕਹਿਣੇ। ਭੁੱਲੇ ਸਿੱਖ ਗੁਰੂ ਸਮਝਾਏ ਕਹਿ ਸਕਦੇ ਕਿ ਇਹ ਸਤਿਗੁਰੂ ਜੀ ਸਿੱਖ ਭੁੱਲ ਗਏ, ਇਹਨਾਂ ਨੂੰ ਕਿਰਪਾ ਕਰਕੇ ਤੁਸੀਂ ਸਮਝਾ ਲਓ, ਤੁਸੀਂ ਬਖਸ਼ ਲਓ। ਹੁਣ ਕਿਤੇ ਬਾੜ ਆ ਗਈ ਤੇ ਉਹਨਾਂ ਆਖਿਆ ਕਿ ਰੱਬ ਦਾ ਕਹਿਰ ਹੋ ਗਿਆ। ਇੱਕ ਥਾਂ ਤੇ ਦਰਿਆ ਚੜ੍ਹ ਕੇ ਆ ਗਿਆ, ਉੱਥੇ ਬਾਬਾ ਫਰੀਦ ਸਾਹਿਬ ਰਹਿੰਦੇ, ਤੇ ਬਾਬਾ ਫਰੀਦ ਸਾਹਿਬ ਜੀ ਨੇ ਲੋਕਾਂ ਬੇਨਤੀ ਕੀਤੀ ਕਿ ਫਰੀਦ ਸਾਹਿਬ ਜੀ ਤੁਹਾਡੀ ਰੱਬ ਸੁਣਦਾ, ਦਰਿਆ ਵੀ ਤੁਹਾਡੇ ਇਹ ਸਾਰੇ ਹੁਕਮ ਵਿੱਚ ਹੈ, ਤੁਸੀਂ ਇਹਨਾਂ ਨੂੰ ਹੁਕਮ ਕਰੋ ਵੀ ਇਹ ਉਧਰ ਨੂੰ ਹੋ ਜਾਣ। ਤੇ ਬਾਬੇ ਫਰੀਦ ਨੇ ਫਿਰ ਬਾਣੀ 'ਚ ਲਿਖ ਦਿੱਤਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਵੀ ਇਹ ਜਿਹੜਾ ਕੰਦੀ ਵੈਣ ਨਾ ਢਾਏ ਤਉ ਵੀ ਲੇਖਾ ਦੇਵਣਾ, ਕਿ ਇਹ ਦਰਿਆ ਓਏ ਆ ਜਿਹੜੇ ਕਿਨਾਰੇ ਢਾਈ ਜਾਣਾ ਹੈ, ਉਹ ਇਹ ਜਿਹੜੇ ਪਿੰਡਾਂ ਦੇ ਪਿੰਡ ਤੂੰ ਤਬਾਹ ਕਰੀ ਜਾਣਾ ਹੈ, ਦਰਿਆ ਤੈਨੂੰ ਇਹਨਾਂ ਦਾ ਲੇਖਾ ਦੇਣਾ ਪਏਗਾ। ਕੰਦੀ ਵਹਿਣ ਨਾ ਢਾ ਤਾਂ ਵੀ ਲੇਖਾ ਦੇਵਣਾ, ਜੇ ਦਰਿਆ ਹੈ, ਜੇ ਤੂੰ ਪਾਣੀ ਹੈ ਤੇ ਕੀ ਹੈ, ਲੇਖਾ ਤੈਨੂੰ ਵੀ ਦੇਣਾ ਪਏਗਾ। ਤੇ ਅੱਗੋਂ ਨਾ ਦਰਿਆ ਨੇ ਜਵਾਬ ਦਿੱਤਾ, ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ ਬਾਬੇ ਫਰੀਦ ਦੇ ਸ਼ਲੋਕਾਂ ਵਿੱਚ। ਬਾਬੇ ਫਰੀਦ ਨੇ ਬਚਨ ਕੀਤਾ ਵੀ ਕੰਦੀ ਵਹਿਣ ਨਾ ਢਾ ਤਾਂ ਵੀ ਲੇਖਾ ਦੇਵਣਾ। ਤੇ ਅੱਗੋਂ ਦਰਿਆ ਨੇ ਆਖਿਆ ਕਿ ਜਿੱਧਰ ਰੱਬ ਰਜਾਏ ਵੈਣ ਤਦਾਊ ਗਾਉ ਕਰੇ। ਕਹਿਣ ਲੱਗੇ ਵੀ ਜਿੱਧਰ ਰੱਬ ਦੀ ਰਜਾ ਨਾ, ਮੈਂ ਉਹਦੇ ਹੁਕਮ ਵਿੱਚ ਆ। ਗੱਲ ਸਪਸ਼ਟ ਹੋ ਜਾਏਗੀ। ਇੱਕ ਪੰਕਤੀ ਹੋਰ ਪੜ੍ਹ ਲਈਏ ਆਸਾ ਦੀਵਾਰ ਦੀ ਕਿ ਭੈ ਵਿੱਚ ਪਵਨ ਵਹੈ ਸਦ ਵਾਓ, ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਅਨੰਤ। ਇਹ ਸਾਰਾ ਕੁਝ ਹੁਕਮੇ ਅੰਦਰ, ਸਭ ਕੋ ਬਾਹਰ ਹੁਕਮ ਨਾ ਕੋਈ। ਸਭ ਕੁਝ ਉਸ ਪਰਮਾਤਮਾ ਦੇ ਹੁਕਮ ਵਿੱਚ ਹੈ। ਸੰਗਤ ਜੀ, ਜੇ ਸਿੱਖ ਨੂੰ ਗੁਰੂ ਦਾ ਹੁਕਮ ਭਾ ਜਾਏ, ਜੇ ਗੁਰੂ ਦੇ ਹੁਕਮ ਦੇ ਵਿੱਚ ਰਹੇ, ਤੇ ਗੁਰੂ ਦਾ ਭਾਣਾ ਸਿੱਖ ਮੰਨ ਸਕਦਾ ਹੈ। ਸਤ ਸੰਗਤੀ ਬਹਿ ਭਾਉ ਕਰ, ਸਦਾ ਹਰ ਕੇ ਗੁਣ ਗਾਏ। ਹਾਂ, ਕਿੱਥੋਂ ਇਹ ਭਾਵਨਾ ਆਏਗੀ? ਭਾਣਾ ਮੰਨਣ ਵਾਲੀ ਸਤਿਗੁਰੂ ਕਹਿੰਦੇ ਗੁਰੂ ਕੀ ਸੰਗਤ ਵਿੱਚੋਂ। ਗੁਰੂ ਕੀ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਵਿਣ ਭਾਗਾਂ ਸਤ ਸੰਗ ਨ ਲੱਭੈ, ਤੇ ਬਿਨ ਸੰਗਤ ਮੈਲ ਭਰੀਜੈ ਜੀਓ। ਬਿਨਾ ਸੰਗਤ ਤੋਂ ਬਿਨਾ ਪਾਰ ਉਤਾਰਾ ਨਹੀਂ ਹੁੰਦਾ, ਭੌਜਲ ਤੋਂ ਤਰਿਆ ਨਹੀਂ ਜਾਂਦਾ। ਵੱਡੀਆਂ ਵੱਡੀਆਂ ਸਾਖੀਆਂ ਆਉਂਦੀਆਂ ਨੇ, ਵੱਡੇ ਵੱਡੇ ਰਾਜਿਆਂ ਦੀਆਂ, ਰਿਸ਼ੀਆਂ ਦੀਆਂ, ਮੁਨੀਆਂ ਦਾ, ਸੰਗਤ ਦੇ ਵਿੱਚੋਂ ਹੀ ਪਾਰ ਉਤਾਰਾ ਹੋਇਆ। ਕਿਉਂਕਿ ਸੰਗਤ ਦੀ ਅਰਦਾਸ ਪਰਮਾਤਮਾ ਦੀ ਅਰਦਾਸ ਹੈ। ਸੰਗਤ ਜੀ, ਸਤਿਗੁਰੂ ਜੀ ਬਚਨ ਕਰ ਰਹੇ ਨੇ ਕਿ ਸਤ ਸੰਗਤੀ ਬਹਿ ਭਾਉ ਕਰ, ਸਦਾ ਹਰ ਕੇ ਗੁਣ ਗਾਏ। ਹੁਣ ਸੰਗਤ ਵਿੱਚ ਆ ਕੇ ਕਈ ਮੋਬਾਈਲ ਹੀ ਚਲਾਈ ਜਾਂਦੇ ਆ, ਸੰਗਤ ਵਿੱਚ ਆ ਕੇ ਗੱਲ ਕਰੀ ਜਾਂਦੇ ਆ
ਵੀ ਉਹ ਕੀ ਕਰਦਾ ਹੈ, ਫਲਾਣਾ ਨਹੀਂ ਅੱਜ ਆਇਆ, ਦੂਜਾ ਨਹੀਂ ਆਇਆ। ਹੁਣ ਜਿਹੜੇ ਕੰਮ ਨਹੀਂ ਆਏ ਸੀ ਸਦਾ ਹਰ ਕੇ ਗੁਣ ਗਾਏ, ਗੁਣ ਤੇ ਗਾਇਆ ਕੋਈ ਨਾ। ਘੜੀ ਕ ਲਾਈਟ ਵੇਖ ਲਈ, ਗੁਰਦੁਆਰੇ ਵਿੱਚ ਲੱਗੀਆਂ ਟਾਈਲਾਂ ਵੇਖੀਆਂ, ਦੂਜੀ ਵਿਚਾਰ ਕੀਤੀ ਵੀ ਲੰਗਰ 'ਚ ਪਤਾ ਨਹੀਂ ਅੱਜ ਕੀ ਬਣਿਆ ਹੈ। ਅੱਜ ਭਾਈ ਸਾਹਿਬ ਜੀ ਨੇ ਕਥਾ ਥੋੜੀ ਲੰਮੀ ਕਰ ਦਿੱਤੀ ਹੈ, ਅੱਜ ਗ੍ਰੰਥੀ ਸਿੰਘ ਜੀ ਨੇ ਅਰਦਾਸ ਲੰਮੀ ਕਰ ਦਿੱਤੀ ਹੈ। ਧਿਆਨ ਸਾਰਾ ਇਸ ਗੱਲਾਂ ਵਿੱਚ ਰਹਿ ਗਿਆ। ਪਰ ਗੁਰੂ ਨਾਨਕ ਦੀ ਜਿਹੜੀ ਪੰਕਤੀ ਆ, ਗੁਰੂ ਅਮਰਦਾਸ ਜੀ ਜਿਹੜਾ ਬਚਨ ਕਰ ਰਹੇ ਆ, ਸਦਾ ਹਰ ਕੇ ਗੁਣ ਗਾਏ, ਸੰਗਤ ਦੇ ਵਿੱਚ ਬਹਿ ਕੇ ਪ੍ਰਮਾਤਮਾ ਦੇ ਗੁਣ ਗਾਇਨ ਕਰੇਗਾ ਤੇ ਸਿੱਖਾ ਤੇਰਾ ਭਲਾ ਹੋ ਜਾਏਗਾ। ਉਸ ਪਾਸੇ ਤੇ ਆਏ ਕੋਈ ਨਹੀਂ। ਫਿਰ ਆਪਾਂ ਕਹਿੰਦੇ ਆ ਬੜਾ ਸਮਾਂ ਹੋ ਗਿਆ ਸੰਗਤ ਕਰਦੇ ਆ, ਕੁਝ ਪ੍ਰਾਪਤ ਨਹੀਂ ਹੋਇਆ। ਹੁਣ ਕਿਸੇ ਬੇਨਤੀ ਕੀਤੀ, ਕਹਿਣ ਲੱਗੇ ਬੜਾ ਸਮਾਂ ਹੋ ਗਿਆ ਸੰਗਤ ਕਰਦੇ ਆ, ਗੁਰੂ ਤੇਗ ਬਹਾਦਰ ਮਹਾਰਾਜ ਦੇ ਸਥਾਨ ਤੇ ਜਾਂਦੇ ਆ 10 ਸਾਲ ਹੋ ਗਏ ਤੇ ਅਸੀਂ ਇੱਕ ਮੰਗ ਮੰਗੀ ਸੀ, ਪੂਰੀ ਨਹੀਂ ਹੋਈ। ਬੜਾ ਸਮਾਂ ਹੋ ਗਿਆ ਉੱਥੇ ਚੜਾਵਾ ਵੀ ਚੜਾਉਂਦੇ ਆ, ਬੜਾ ਸਮਾਂ ਹੋ ਗਿਆ ਲੰਗਰ ਦੇ ਵਿੱਚ ਪ੍ਰਸ਼ਾਦੇ ਪਕਾਉਂਦੇ ਆ, ਬੜਾ ਸਮਾਂ ਹੋ ਗਿਆ ਭਾਂਡੇ ਮਾਂਜਦੇ ਆ, ਪਰ ਉਹ ਗੱਲ ਨਹੀਂ ਬਣੀ। ਪਰ ਸਤਿਗੁਰਾਂ ਕਹਿੰਦੇ ਨੇ ਵੀ ਸਤਿਗੁਰੂ ਦੇ ਵਿੱਚ ਕੋਈ ਕਮੀ ਨਹੀਂ ਹੈ। ਸੇਵਾ ਜੇ ਕੀਤੀ ਹੈ ਤੇ ਉਹਦਾ ਫਲ ਮਿਲੇਗਾ। ਪਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿਖਾਵੇਂ ਚੂਕ, ਅੰਧੇ ਏਕ ਨਾ ਲਾਗਈ, ਜਿਉਂ ਬਾਂਸ ਬਜਾਈ ਹੈ ਫੂਕ। ਜੇ ਸਿੱਖ ਅਧੂਰਾ ਹੋਏ, ਸਿੱਖ ਦੀ ਭਾਵਨਾ ਪੂਰੀ ਨਾ ਹੋਏ, ਜੇ ਸਿੱਖ ਤੋਂ ਕੋਈ ਨਾ ਕੋਈ ਤਰੁੱਟੀ ਹੋ ਜਾਏ, ਉਹ ਤਰੁੱਟੀ ਕਿਹੜੀ ਹੈ? ਹੁਣ ਸੇਵਾ ਕੀਤੀ ਹੈ, ਕਿਸੇ ਨੇ 40 ਦਿਨ ਕੀਤੀ ਹੈ, ਕਿਸੇ ਨੇ 40 ਮਹੀਨੇ ਕੀਤੀ ਹੈ, ਕਿਸੇ ਨੇ 40 ਹਫ਼ਤੇ ਕੀਤੀ ਹੈ। ਹੁਣ ਕਈਆਂ ਤੇ ਗੁਰੂ ਤਰਸ ਕਰਦਾ 40-40 ਸਾਲ ਵੀ ਸੇਵਾ ਕਰ ਜਾਂਦੇ ਹੈ। ਪਰ ਵੇਖੋ 40-40 ਸਾਲ ਸੇਵਾ ਕਰਕੇ ਵੀ ਆਪਣੇ ਉਸ ਧੁਰੇ ਤੋਂ ਥੜਕ ਜਾਂਦੇ ਹੈ। ਕਾਰਨ ਕੀ ਹੈ? ਇਹ ਕਾਰਨ ਸਾਨੂੰ ਕੌਣ ਦੱਸੇਗਾ? ਗੁਰੂ ਦੀ ਗੋਦ ਵਿੱਚ, ਗੁਰੂ ਕੀ ਸੰਗਤ 'ਚ ਜੇ ਬਵਾਂਗੇ ਤੇ ਪਤਾ ਲੱਗੇਗਾ। ਸਤਿਗੁਰ ਕਹਿੰਦੇ ਹੈ, ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੁਟਕਿਓ ਦੇਵਾ। ਕਹਿੰਦੇ ਵੀ ਕਾਮ ਤੇਰਾ ਵਿਸਰਿਆ ਕੋਈ ਨਹੀਂ, ਤੇਰੇ ਅੰਦਰ ਹਰ ਚੀਜ਼ ਨੂੰ ਪ੍ਰਾਪਤ ਕਰਨ ਦੀ ਲਾਲਸਾ ਲੱਗੀ ਹੈ। ਤੇਰੇ ਵਿੱਚ ਕ੍ਰੋਧ ਵੀ ਉਵੇਂ ਹੀ ਹੈ, ਜਿਵੇਂ ਘਰ ਵਿੱਚ ਕ੍ਰੋਧ ਹੈ ਉਵੇਂ ਤੋਂ ਗੁਰੂ ਘਰ ਆ ਕੇ ਕ੍ਰੋਧ ਕਰਨਾ ਹੈ। ਤੇ ਜੇ ਕੋਈ ਸਭ ਤੋਂ ਵੱਡਾ, ਇਹ ਤਿੰਨ ਨੇ, ਇੱਕ ਚੌਥਾ ਔਗਣ ਹੋਰ ਹੈ। ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੁਟਕਿਓ ਦੇਵਾ। ਸਤਿਗੁਰਾਂ ਆਖਿਆ, ਓਏ ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਤੇ ਨੇਫਲ ਭਈ ਸਭ ਸੇਵਾ। ਆਂਦੇ ਜੇ ਤੇਰੇ ਮੁਖੜੇ ਤੋਂ ਸੋਹਣੀ ਦਸਤਾਰ ਸਜਾ ਕੇ, ਕਲਗੀਧਰ ਬਾਪੂ ਦਾ ਬਖਸ਼ਿਆ ਹੋਇਆ ਅੰਮ੍ਰਿਤ ਛਕ ਕੇ, ਹੱਥ ਵਿੱਚ ਗੁਟਕਾ ਸਾਹਿਬ ਦੀ ਬਾਣੀ ਪੜ੍ਹ ਕੇ, ਸੇਵਾ ਕਰਕੇ, ਓਏ ਜੇ ਤੂੰ ਨਿੰਦਿਆ ਕਰਨੀ ਨਹੀਂ ਨਾ ਛੱਡੀ, ਤੇ ਸਤਿਗੁਰ ਕਹਿੰਦੇ ਨੇ ਕਿ ਪਰ ਨਿੰਦਾ ਮੁਖ ਤੇ ਨਹੀਂ ਛੁੱਟੀ, ਤੇਰੇ ਮੁਖੜੇ ਤੋਂ ਨਿੰਦਿਆ ਨਹੀਂ ਨਾ ਛੁੱਟੀ, ਤੇ ਤੇਰੀ ਕੀਤੀ ਹੋਈ ਸਾਰੀ ਸੇਵਾ ਆ ਗਈ ਆ। ਆਪਾਂ ਕਹਿੰਦੇ ਪਈ ਨਾ ਸਮਾਂ ਸੇਵਾ ਕੀਤੀ, ਗੱਲ ਕਿਸੇ ਪਾਸੇ ਨਹੀਂ ਲੱਗੀ। ਟੋਟ ਸਾਡੇ ਵਿੱਚ ਹੈ, ਕਮੀ ਸਾਡੇ ਵਿੱਚ ਹੈ। ਸਾਚਾ ਸਤਿਗੁਰ ਕਿਆ ਕਰੇ, ਜੋ ਸਿਖਾਵੇਂ ਚੁੱਕ। ਜੇ ਸਾਡੇ ਆਚਰਣ ਵਿੱਚ, ਸਾਡੇ ਰੁਟੀਨ ਵਿੱਚ ਕੋਈ ਕਮੀ ਹੈ ਤੇ ਗੁਰੂ ਫਿਰ ਕੀ ਕਰੇਗਾ? ਸਾਨੂੰ ਸਾਡਾ ਜੀਵਨ ਬਣਾਉਣਾ ਪਏਗਾ। ਸਾਨੂੰ ਗੁਰੂ ਦੀ ਅੱਗੇ ਅਰਦਾਸ ਕਰਨੀ ਪਵੇਗੀ ਕਿ ਸਤਿਗੁਰੂ ਜੀ ਇਹ ਭਾਵਨਾ ਸਾਡੇ ਅੰਦਰੋਂ ਨਿਕਲ ਜਾਏ। ਨਾਨਕ ਸੇ ਜਨ ਸੋਹਣੇ, ਜੇ ਗੁਰਮੁਖ ਮੇਲ ਮਿਲਾਏ। ਹਾਂ ਵੇਖੋ, ਸੋਹਣੇ ਤੇ ਮਹਾਰਾਜ ਨੂੰ ਸਾਰੇ ਲੱਗਦੇ ਆ, ਪਰ ਮਹਾਰਾਜ ਨੇ ਨਾ ਜਿਹੜੇ ਆਪਾਂ ਇਸ ਚਾਰ ਦੀਵਾਰੀ 'ਚ ਬੈਠੇ ਆ, ਜਾਂ ਜਿਹੜੇ ਗੁਰੂ ਕੇ ਸਿੱਖ ਘਰਾਂ ਵਿੱਚ ਬਹਿ ਕੇ ਵੀ ਕਥਾ ਸੁਣ ਰਹੇ ਆ, ਜਿਹੜੇ ਬਾਹਰ ਵੀ ਬਹਿ ਕੇ ਕਥਾ ਸੁਣ ਰਹੇ ਆ, ਮਹਾਰਾਜ ਕਹਿੰਦੇ ਸਈ ਸੁੰਦਰ ਸੋਹਣੇ ਸਾਧ ਸੰਗ ਜੇ ਬਹਿਣੇ। ਬਾਹਰ ਖਲੋ ਕੇ ਗੱਲਾਂ ਕਰਨ ਵਾਲਿਆਂ ਨੂੰ ਸੋਹਣਿਆ ਨਹੀਂ ਆਖਿਆ ਪ੍ਰਮਾਤਮਾ ਨੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੋਹਣੇ ਉਹ ਵਾ ਜਿਹੜੇ ਹਜ਼ੂਰੀ ਵਿੱਚ ਬਹਿ ਕੇ ਕਥਾ ਸੁਣਦੇ ਆ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਕਹਿੰਦੇ ਵੀ ਉਹ ਮੇਰਾ ਵੀਰ ਹੈ, ਉਹ ਮੇਰਾ ਭਰਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਏ। ਗੁਰੂ ਦਾ ਭਾਣਾ ਇਹ ਵੀ ਸੰਗਤ ਵਿੱਚ ਆ ਕੇ ਬੈਠ। ਗੁਰੂ ਸਾਹਿਬ ਬਚਨ ਕਰ ਰਹੇ ਆ, ਨਾਨਕ ਸੇਜਨ ਸੋਹਣੇ, ਜੇ ਗੁਰਮੁਖ ਮੇਲ ਮਿਲਾਏ। ਜਿਹੜੇ ਗੁਰਮੁਖਾਂ ਦੀ ਸੰਗਤ ਵਿੱਚ ਮਿਲਦੇ ਐ, ਜਿਹੜੇ ਗੁਰਮੁਖਾਂ ਨੂੰ ਮਿਲ ਕੇ ਆਪਣੇ ਔਗਣ ਦੱਸਦੇ ਐ। ਹੁਣ ਆਪਣਾ ਔਗਣ ਕਿਹੜਾ ਹੈ ਵੀ ਜਿਹੜਾ ਦੱਸੇ? ਆਪਣਾ ਔਗਣ ਨਹੀਂ ਕੋਈ ਵੀ ਦੱਸਦਾ। ਉਹ ਮਹਾਂਪੁਰਸ਼ਾਂ ਇੱਕ ਵਾਰ ਬਚਨ ਕੀਤਾ, ਸਾਧੂ ਸਾਨੂੰ ਪੜ੍ਹਾਉਂਦੇ ਹਜੂਰ ਸਾਹਿਬ, ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਇੱਕ ਦਿਨ ਪੜ੍ਹਾਉਂਦਿਆਂ ਬਚਨ ਕੀਤਾ, ਤੇ ਇੱਕ ਨਾ ਨੌਜਵਾਨ ਫੋਟੋ ਖਿੱਚੀ ਜਾਵੇ।
ਉਹ ਫੋਟੋ ਖਿੱਚੀ ਆਂਦੇ ਵੀ ਤੂੰ ਫੋਟੋ ਤੇ ਖਿੱਚਦਾ ਨੌਜਵਾਨਾ, ਆ ਸੀਸੇ ਦੇ ਵਿੱਚ ਮੂੰਹ ਵੀ ਬੜਾ ਵੇਨਾ ਹੈ। ਜੇ ਕਿਤੇ ਇਸ ਸੀਸੇ ਵਿੱਚ ਤੇ ਜਾਂ ਇਸ ਕੈਮਰੇ ਵਿੱਚ ਤੇਰੇ ਮਨ ਦੀ ਫੋਟੋ ਖਿੱਚੀ ਜਾਂਦੀ ਨਾ, ਤੇ ਤੂੰ ਕਦੇ ਨਾ ਖਿੱਚਦਾ। ਸਾਡੇ ਮਨ ਦੇ ਵਿੱਚ ਕੀ ਵੜਿਆ ਹੈ? ਇੱਕ ਬਾਪ ਆਪਣੇ ਮਨ ਦੀ ਅਵਸਥਾ ਆਪਣੇ ਪੁੱਤਰ ਨੂੰ ਨਹੀਂ ਦੱਸ ਸਕਦਾ। ਇੱਕ ਪੁੱਤਰ ਆਪਣੇ ਮਨ ਦੀ ਅਵਸਥਾ ਆਪਣੇ ਪਿਤਾ ਨੂੰ ਨਹੀਂ ਦੱਸ ਸਕਦਾ। ਮਨ ਦੀ ਅਵਸਥਾ ਇਹ ਹੈ, ਬਾਹਰੋਂ ਰੂਪ ਤੇ ਹਰ ਕੋਈ ਬੜਾ ਚੰਗਾ ਦਿਸਦਾ ਹੈ, ਪਰ ਜੇ ਅਸੀਂ ਆਪਣੇ ਔਗਣ ਦੱਸ ਕੇ ਕਿਸੇ ਸਿੱਖ ਨੂੰ ਆਖੀਏ ਨਾ ਵੀ ਸਾਡੇ ਵਿੱਚ ਇਹ ਵਿਕਾਰ ਹੈ, ਇਹ ਬੜਾ ਭਾਰੀ ਹੈ, ਤੁਸੀਂ ਕਿਰਪਾ ਕਰੋ ਇਹ ਵਿਕਾਰ ਖਤਮ ਹੋ ਜਾਏ, ਤੇ ਸੰਗਤ ਜੀ ਜ਼ਿੰਦਗੀ ਜਿਉਣ ਦਾ ਆਨੰਦ ਆ ਜਾਏ। ਬਾਣੀ ਉਹ ਵਿਕਾਰ ਨਿਕਲ ਜਾਏ, ਕ੍ਰੋਧ ਨਿਕਲ ਜਾਏ। ਜੇ ਕਾਮ ਹੈ ਤੇ ਉਹ ਔਗਣ ਸਾਡਾ ਦਸੀਏ, ਕਿਸੇ ਰੱਬ ਦੇ ਪਿਆਰੇ ਨੂੰ ਗੁਰੂ ਦੇ ਅੱਗੇ ਝੋਲੀ ਅੱਡ ਕੇ ਤਰਲਾ ਕਰੀਏ, ਮਹਾਰਾਜ ਸਵੇਰੇ ਉੱਠਦਾ ਤੇ ਹੈਗਾ ਮੈਂ, ਪਰ ਮਨ ਪਹਿਲੋਂ ਮਾਇਆ ਵਾਲੇ ਪਾਸੇ ਭੱਜ ਜਾਂਦਾ, ਤੁਸੀਂ ਕਿਰਪਾ ਕਰੋ ਮਨ ਅਸਥਿਰ ਹੋ ਜਾਏ। ਮਹਾਰਾਜ ਮਨ ਬੜਾ ਔਂਤਰਾ ਹੈ, ਮਨ ਕੁੱਤੇ ਦੀ ਪੂੰਛ ਵਰਗਾ ਹੈ, ਸਵਾਨ ਪੂੰਛ ਜੋ ਭਇਓ ਨਾ ਸੁਧੋ ਬਹੁਤ ਯਤਨ ਮੈਂ ਕੀਨੋ। ਮਹਾਰਾਜ ਮੈਂ ਬੜੇ ਯਤਨ ਕੀਤੇ ਪਰ ਇਹ ਮਨ ਸਿੱਧਾ ਨਹੀਂ ਜੇ ਹੋਇਆ। ਜੇ ਗੁਰੂ ਦੇ ਅੱਗੇ ਇਹ ਅਰਦਾਸ ਕਰੀਏ, ਗੁਰਮੁਖਾਂ ਦੀ ਸੰਗਤ ਕਰੀਏ, ਤੇ ਸਾਡਾ ਪਾਰ ਉਤਾਰਾ ਹੋ ਸਕਦਾ। ਅੱਗੇ ਸਤਿਗੁਰੂ ਜੀ ਪੌੜੀ ਦੇ ਵਿੱਚ ਹੋਰ ਬਚਨ ਕਰ ਰਹੇ ਹਨ। ਪੌੜੀ ਸਭਨਾ ਜੀਆਂ ਵਿੱਚ ਹਰ ਆਪ, ਸੋ ਭਗਤਾ ਕਾ ਮਿਤ ਹਰ। ਹਾਂਜੀ, ਪ੍ਰਮਾਤਮਾ ਸਾਰੇ ਜੀਵਾਂ ਵਿੱਚ ਹੈ, ਉਹ ਮੌਜੂਦ ਹੈ, ਤੇ ਸਾਰਿਆਂ ਭਗਤਾਂ ਨੂੰ ਆਪਣੀ, ਮੈਂ ਹੁਣੇ ਬੇਨਤੀ ਕੀਤੀ ਵੀ ਆਪਣਾ ਔਗਣ ਗੁਰਮੁਖਾਂ ਨੂੰ ਦੱਸੋ, ਤੇ ਉਹ ਕੋਈ ਜੁਗਤੀ ਦੱਸਣਗੇ, ਕੋਈ ਸਲੀਕਾ ਦੱਸਣਗੇ, ਕੋਈ ਵੱਲ ਦੱਸਣਗੇ। ਕਿਉਂ ਦੱਸੀਏ? ਕਿਉਂਕਿ ਗੁਰੂ ਅਮਰਦਾਸ ਜੀ ਬਚਨ ਕਰ ਰਹੇ ਨੇ, ਸਭਨਾ ਜੀਆਂ ਵਿੱਚ ਹਰੀ ਆਪ, ਸੋ ਭਗਤਾਂ ਕਾ ਮਿਤ ਹਰ। ਸਾਰਿਆਂ ਜੀਵਾਂ 'ਚ ਪਰਮਾਤਮਾ ਹੈਗਾ ਹੈ, ਕੋਈ ਨਹੀਂ, ਪਰ ਪਰਮਾਤਮਾ ਆਪਣੇ ਭਗਤਾਂ ਦਾ ਮਿੱਤਰ ਹੈ। ਜਦੋਂ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਨਾ ਵੀ ਉਹ ਸਿੱਖਾਂ ਮੇਰੀ ਗੱਲ ਸੁਣ, ਮਹਾਰਾਜ ਕੌੜਾ ਬਚਨ ਨਹੀਂ ਕਰਦੇ। ਮਹਾਰਾਜ ਕਹਿੰਦੇ ਨੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਓਏ ਸੰਤਾਂ ਨੂੰ ਮਿਲਣ ਦਾ ਸਮਾਂ ਹੈ, ਗੁਰੂ ਕੇ ਪਿਆਰਿਆਂ ਨੂੰ ਮਿਲਣ ਦਾ ਸਮਾਂ ਹੈ। ਉਹ ਗੁਰਸਿੱਖਾ ਇਹ ਤੋਂ ਮੇਰੀ ਬੇਨਤੀ ਸੁਣ ਲੈ। ਸਭ ਕੋਈ ਹਰ ਕੈ ਵਸ, ਭਗਤਾ ਕੈ ਆਨੰਦ ਘਰ। ਭਗਤਾਂ ਦੇ ਹਿਰਦੇ ਵਿੱਚ ਇੱਕ ਘਰ ਤੇ ਹੈ ਬਾਹਰ, ਘਰ ਚੋਂ ਵੀ ਕਲੇਸ਼ ਮੁੱਕ ਜਾਏ, ਤੇ ਅੰਦਰ ਵੀ ਜਿਹੜੇ ਸਾਡੇ ਇੰਨੇ ਵਿਕਾਰ ਚੱਲ ਰਹੇ ਉਹ ਵੀ ਮੁੱਕ ਜਾਣ। ਇਹ ਗੁਰੂ ਕਿਰਪਾ ਕਰੇ ਤੇ ਸੰਗਤ ਜੀ ਮੁੱਕ ਸਕਦੇ ਹੈ। ਪਰ ਸਭ ਕੋਈ ਹਰੀ ਦੇ ਵਸ ਹੈ। ਉਹਨਾਂ ਦੇ ਘਰ ਦੇ ਵਿੱਚ ਭਗਤਾਂ ਦਾ ਜਿਹੜਾ ਹਿਰਦਾ ਹੈ ਨਾ, ਆਪਾਂ ਬਚਨ ਪੜ੍ਹਦੇ ਆ ਕਿ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗੋ ਫੇਰਾ। ਜੰਮਣ ਮਰਨ ਦਾ ਗੇੜ ਕੱਟਿਆ ਜਾਏਗਾ ਜੇ ਆਪਣੇ ਹਿਰਦੇ ਨੂੰ ਪਛਾਣ ਕੇ ਇਹਦੇ ਵਿੱਚ ਆਪਾਂ ਵਾਸਾ ਕਰ ਲਈਏ। ਸਤਿਗੁਰੂ ਜੀ ਏਦਾਂ ਬਚਨ ਕਰ ਰਹੇ ਹਨ। ਹਰ ਭਗਤਾ ਕਾ ਮੇਲੀ, ਸਰਬੱਤ ਸੋ ਨਿਸੁਲ ਜਨ ਟੰਗ ਧਰ। ਸਤਿਗੁਰੂ ਜੀ ਬਚਨ ਕਰ ਰਹੇ ਆ ਕਿ ਜਿਹੜਾ ਪ੍ਰਮਾਤਮਾ ਹੈ ਨਾ, ਉਹ ਭਗਤਾਂ ਨੂੰ ਮਿਲਣ ਵਾਲਾ ਹੈ, ਦਿਨ ਰਾਤ ਉਹਨਾਂ ਦੇ ਨਾਲ ਹੈ। ਤੇ ਪ੍ਰਮਾਤਮਾ ਭਗਤਾਂ ਦੇ ਵਸ ਕਿਵੇਂ ਹੈ? ਹੁਣ ਕਿਸੇ ਨੇ ਆਖਿਆ ਪ੍ਰਮਾਤਮਾ ਇਦਾਂ ਥੋੜੋ ਵਸ ਹੈ, ਕਿਸੇ ਨੇ ਆਖਿਆ ਇਦਾਂ ਨਹੀਂ ਵਸ। ਤੇ ਉਹਨਾਂ ਆਖਿਆ ਵੀ ਕਿਵੇਂ ਵਸ? ਉਹਨਾਂ ਆਖਿਆ ਵੀ ਹਰਿ ਦਾਸਨ ਸਿਓ ਪ੍ਰੀਤ ਹੈ, ਹਰਿ ਦਾਸਨ ਕੋ ਮਿਤ। ਤੇ ਹਰੀ ਦਾਸਨ ਕੇ ਵਸ ਹੈ। ਪ੍ਰਮਾਤਮਾ ਕਿਹਦਾ ਵਸ ਹੈ? ਧਿਆਨ ਦੇਣਾ ਕਿ ਹਰਿ ਦਾਸਨ ਕੇ ਵਸ ਹੈ, ਜੋ ਜੰਤੀ ਕੇ ਵਸ ਜੰਤ। ਜੰਤ ਦਾ ਅਰਥ ਹੈ ਜਿਵੇਂ ਹਾਰਮੋਨੀਅਮ ਵਜਾਉਣ ਵਾਲੇ ਦੇ ਹੱਥ ਵਿੱਚ ਉਹ ਜਿਹੜੀਆਂ ਸੁਰਾਂ ਚਾਹੇ ਉਹ ਵਜਾਏਗਾ, ਸਾਧਨ ਚਲਾਉਣ ਵਾਲੇ ਦੇ ਹੱਥ ਵਿੱਚ ਜਿਵੇਂ ਉਹ ਚਾਹੇਗਾ ਚਲਾਏਗਾ। ਪਰਮਾਤਮਾ ਜੀ ਕਹਿੰਦੇ ਨੇ ਕਿ ਮੈਂ ਆਪਣੇ ਪਿਆਰਿਆਂ ਦੇ ਵਸ ਵਿੱਚ ਐਵੇਂ ਆ, ਜਿਵੇਂ ਉਹ ਮੈਨੂੰ ਹੁਕਮ ਕਰਨਗੇ ਮੈਂ ਉਦਾਂ ਚੱਲਾਂਗਾ। ਜਿਉਂ ਜਿਉਂ ਜੰਤੀ ਕੇ ਵਸ ਜੰਤ ਹੈ, ਉਦਾਂ ਮਹਾਰਾਜ ਕਹਿੰਦਾ ਮੈਂ ਆਪਣੇ ਪਿਆਰਿਆਂ ਭਗਤਾਂ ਦੇ ਵਸ ਵਿੱਚ ਹਾਂ। ਹਰ ਸਭਨਾ ਕਾ ਹੈ ਖਸਮ, ਸੋ ਭਗਤ ਜਨ ਚਿਤ ਕਰ। ਪਰਮਾਤਮਾ ਸਾਰਿਆਂ ਜੀਵਾਂ ਦਾ ਖਸਮ ਹੈ। ਉਹ ਆਪਣੇ ਹਿਰਦੇ ਵਿੱਚ ਉਹਨੂੰ ਵਸਾ ਕੇ ਰੱਖਦੇ ਹੈ, ਤੇ ਸਿੱਖ ਦਿਨ ਰਾਤ ਉਸ ਪਰਮਾਤਮਾ ਨੂੰ ਯਾਦ ਕਰਦੇ ਹੈ। ਪਰ ਉਸ ਪਰਮਾਤਮਾ ਦੀ ਮਹਿਮਾ ਕਹਿਣ ਕਥਨ ਤੋਂ ਬਾਹਰੇ ਹੈ ਕਿ ਪਰਮਾਤਮਾ ਕੀ ਕੁਝ ਕਰਦਾ ਹੈ, ਕਿਹੜਿਆਂ ਕਿਹੜਿਆਂ ਤਰੀਕਿਆਂ ਦੇ ਨਾਲ ਉਹ ਸਿੱਖਾਂ ਦੀ ਪਾਲਣਾ ਕਰਦਾ ਹੈ।
ਕਿਵੇਂ ਕਿਵੇਂ ਉਹ ਸਭ ਦੇ ਉੱਪਰ ਤਰਸ ਕਰਦਾ ਹੈ। ਤੁਧ ਅੱਪੜ ਕੋਇ ਨਾ ਸਕੈ, ਸਭ ਚਖ ਚਖ ਪਵੈ ਝੜ। ਸੰਸਾਰ ਵਿੱਚ ਸਭਨਾਂ ਨੇ ਜ਼ੋਰ ਲਾਇਆ ਕਿ ਪ੍ਰਮਾਤਮਾ ਦਾ ਅੰਤ ਪਾਈਏ। ਅੰਤ ਨ ਪਾਵਤ ਦੇਵ ਸਭੈ, ਮੁਨ ਇੰਦਰ ਮਹਾ ਸਿਵ ਜੋਗ ਕਰੀ। ਵੱਡੇ ਵੱਡੇ ਜੋਗੀਆਂ ਨੇ, ਰਿਸ਼ੀਆਂ ਮੁਨੀਆਂ ਨੇ ਬੜਾ ਕੁਝ ਕੀਤਾ ਸੰਗਤ ਜੀ, ਪਰ ਪਰਮਾਤਮਾ ਦਾ ਅੰਤ ਨਹੀਂ। ਉਸ ਪਰਮਾਤਮਾ ਦੀ ਕਥਾ ਇਸ ਜ਼ੁਬਾਨ ਦੇ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ। ਵੀ ਜੇ ਅਸੀਂ ਗੁਰੂ ਵਾਲੇ ਹੋ ਜਾਈਏ ਤੇ ਬਾਬਾ ਸਤਿਗੁਰਾਂ ਦਾ ਇਹ ਬਚਨ ਹੈ ਵੀ ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਜੇ ਉਸ ਪਰਮਾਤਮਾ ਦੇ ਗੁਣ ਗਾਇਨ ਕਰ ਲਈਏ। ਇੰਨੀਆਂ ਅਰਜ਼ਾਂ ਬੇਨਤੀਆਂ ਪ੍ਰਵਾਨ। ਸਤਿਗੁਰੂ ਜੀ ਕਿਰਪਾ ਕਰਨ। ਦਾਸ ਸੱਚਖੰਡ ਸ੍ਰੀ ਹਜੂਰ ਸਾਹਿਬ, ਵਿਦਿਆਰਥੀ ਸੰਤ ਬਾਬਾ ਕੁਲਵੰਤ ਸਿੰਘ ਜੀ ਦੀ ਟਕਸਾਲ ਤੋਂ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਇੱਕ ਰੋਜ਼ ਵਾਸਤੇ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਚਰਨਾਂ ਤੇ ਸੀਸ ਝੁਕਾਉਣ ਵਾਸਤੇ ਪਹੁੰਚਾ। ਸਮੂਹ ਪ੍ਰਬੰਧਕ ਜਨਾਂ ਦਾ, ਗੁਰੂ ਕੇ ਵਜ਼ੀਰਾਂ ਦਾ ਧੰਨਵਾਦ। ਆਪ ਸਭ ਸੰਗਤਾਂ ਦਾ ਧੰਨਵਾਦ। ਅਸੀਸ ਦਿਓ। ਕੋਟਾਨ ਕੋਟ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ੋ। ਅਸੀਸ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓ ਠਾਕੁਰ